ਭਰਿਆ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜਿਉ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਧੰਨ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀਓ ਵਾਹ ਵਾਹ ਵਾਹੀ ਜਾਨੀਐ ਵਾਹ ਜਾਣੇ ਇਹ ਹੋਏ ਇਹ ਅਰ ਉਹ ਜਬ ਮਿਲੈ ਤਬ ਮਿਲਤ ਨਾ ਜਾਣੈ ਕੋਇ ਸੱਸਾ ਸੋ ਨੀਕਾ ਕਰ ਸਾਧੋ ਘਟ ਪਰਚਾ ਕੀ ਬਾਤ ਨਿਰੋਧੋ ਘਟ ਪਰਚੈ ਜੋ ਉਪਜੈ ਭਾਉ ਪੂਰ ਰਹਿਆ ਤੈ ਤ੍ਰਿਭਵਨ ਰਾਉ ਖੱਖਾ ਖੋਜ ਪਰੈ ਜੋ ਕੋਈ ਜੋ ਖੋਜੈ ਸੋ ਬਹੁਰ ਨਾ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤੋ ਭਵ ਜਲ ਤਰਤ ਨ ਲਾਗੈ ਵਾਰਾ ਖੱਖਾ ਖੋਜ ਪਰੈ ਜੋ ਕੋਈ ਜੋ ਖੋਜੈ ਸੋ ਬਹੁਰ ਨ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਹੋ ਜਲ ਤਰਤ ਨ ਲਾਵੈ ਬਾਰਾ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੇ ਪਾਵਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰਬਾਣੀ ਕੀਰਤਨ ਦੀਆਂ ਹਾਜ਼ਰੀਆਂ ਆਪਾਂ ਸਾਰੇ ਹੀ ਭਰ ਰਹੇ ਹਾਂ। ਆਓ ਗੁਰੂ ਪਿਆਰਿਓ ਗੁਰੂ ਸਵਾਰਿਓ ਜੋ ਰੋਜ਼ਾਨਾ ਹੀ ਸਤਿਗੁਰ ਮਹਾਰਾਜ ਦੀ ਪਾਵਨ ਗੋਦ ਵਿੱਚ ਬਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਬਹਿ ਕੇ ਰੋਜ਼ਾਨਾ ਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਰਾਗ ਗੌੜੀ ਪੂਰਵੀ 52 ਅੱਖਰੀ ਕਬੀਰ ਜੀਓ ਕੀ ਭਗਤ ਕਬੀਰ ਸਾਹਿਬ ਦੀ ਪਾਵਨ ਪਵਿੱਤਰ ਲੜੀਵਾਰ ਬਾਣੀ ਚੱਲ ਰਹੀ ਹੈ ਜੀ, ਜਿਸ ਦੀ ਆਪਾਂ ਅੱਜ ਵਿਚਾਰ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਗ ਹੈ 342
ਜਿੰਨੀ ਵੀ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ, ਗੁਰੂ ਕੇ ਦਰਬਾਰ ਅੰਦਰ, ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਬਾਪੂ ਦੀ ਗੋਦ ਅੰਦਰ ਆਪਾਂ ਸਾਰੇ ਹੀ ਜੁੜ ਕੇ ਬੈਠੇ ਹਾਂ। ਆਓ ਗੁਰੂ ਪਿਆਰਿਓ, ਸਾਰੀ ਸੰਗਤ ਇਕਾਗਰ ਚਿਤ ਹੋ ਕੇ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ, ਆਪੋ ਆਪਣੀ ਰਸਨਾ ਪਵਿੱਤਰ ਕਰੀਏ। ਲੜੀਵਾਰ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਕਬੀਰ ਸਾਹਿਬ ਅੱਜ ਦੇ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਬੜਾ ਪਿਆਰਾ ਸੁਨੇਹਾ ਦੇ ਰਹੇ ਨੇ ਜੀ। ਬਾਬਾ ਵਾਹੀ ਜਾਨੀ ਐ, ਵਾਹ ਜਾਣੈ ਇਹ ਹੋਏ। ਭਗਤ ਕਬੀਰ ਸਾਹਿਬ ਨੇ 52 ਅੱਖਰੀ ਦਾ ਜਿਹੜਾ ਵਾਹਵਾ ਅੱਖਰ ਵਰਤਿਆ ਜੀ। ਭਗਤ ਕਬੀਰ ਸਾਹਿਬ ਜੀ ਇਸ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਸਮਝਾ ਰਹੇ ਨੇ, ਦੱਸ ਰਹੇ ਨੇ, ਜੇ ਕੋਈ ਬੰਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਵੇ, ਸਮਝ ਲਵੇ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਚਿੱਤ ਜੋੜ ਲਵੇ। ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਫਿਰ ਉਸ ਵਿਚਕਾਰ ਜਿਹੜੀ ਇੱਕ ਤਰੇੜ ਬਣੀ ਹੈ, ਕੰਧ ਬਣੀ ਹੈ, ਉਹ ਖਤਮ ਹੋ ਜਾਂਦੀ ਹੈ। ਤੁਸੀਂ ਰੋਜ਼ਾਨਾ ਪਾਵਨ ਪਵਿੱਤਰ ਬਾਣੀ ਪੜ੍ਹਦੇ ਹੋ ਜੀ। ਸਾਡੇ ਅੰਦਰ ਇੱਕ ਤਰੇੜ ਬਣ ਗਈ, ਕੰਧ ਬਣ ਗਈ, ਜਿਹੜਾ ਸਾਡਾ ਮਿਲਾਪ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਨਹੀਂ ਹੁੰਦਾ। ਸਾਡੀ ਕਈ ਵਾਰ ਅਸੀਂ ਅਕਸਰ ਇਹ ਗੱਲਾਂ ਕਰਦੇ ਹਾਂ, ਵੇਖੋ ਜੀ ਸਾਡੀ ਰੱਬ ਨਾਲ ਟੁੱਟ ਗਈ ਹੈ, ਰੱਬ ਸਾਨੂੰ ਨੇੜੇ ਨਹੀਂ ਲਾਉਂਦਾ। ਪਾਤਸ਼ਾਹ ਜੀ ਦੇ ਬੜੇ ਮੁਬਾਰਕ ਬਚਨ ਨੇ। ਭਗਤ ਕਬੀਰ ਸਾਹਿਬ ਦਾ ਬਿਲਾਵਲ ਰਾਗ ਦੇ ਅੰਦਰ ਸ਼ਬਦ ਹੁੰਦਾ ਜੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਰੱਬ ਕਿਸੇ ਨਾਲੋਂ ਤੋੜਦਾ ਨਹੀਂ ਹੈ, ਕਿਉਂਕਿ ਰੱਬ ਦਾ ਸੁਭਾਅ ਜਿਹੜਾ ਉਹ ਨਿਰਭਉ ਆ, ਉਹ ਨਿਰਵੈਰ ਹੈ, ਉਹ ਵੈਰ ਤੋਂ ਰਹਿਤ ਹੈ। ਤੋੜੀ ਕਿਹਨੇ ਆ? ਪ੍ਰਮਾਤਮਾ ਨਾਲੋਂ। ਟੁੱਟੀ ਤਾਂ ਸਾਡੀ ਆ ਨਾ। ਰੱਬ ਨਾਲੋਂ ਦੂਰੀ ਕਿਉਂ ਬਣ ਗਈ? ਰੱਬ ਨਾਲੋਂ ਵਿਥ ਕਿਉਂ ਪੈ ਗਈ? ਕਿਉਂਕਿ ਅਸੀਂ ਆਪਣਾ ਹਾਲੇ ਤੱਕ ਸੁਭਾਅ ਨਹੀਂ ਚੇਂਜ ਕੀਤਾ। ਜਿਸ ਵਿਚਾਰ ਅੰਦਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਦੱਸਦੇ ਨੇ, ਸਮਝਾਉਂਦੇ ਨੇ ਕਿ ਮਨੁੱਖ ਨੇ ਆਪਣੇ ਜੀਵਨ ਅੰਦਰ ਗੁਣਾਂ ਨੂੰ ਪੈਦਾ ਕਰਨਾ ਹੈ। ਜੇ ਤੁਹਾਡੇ ਜੀਵਨ ਅੰਦਰ ਗੁਣ ਨਹੀਂ ਹਨ ਤਾਂ ਸਾਡਾ ਇਹ ਜੀਵਨ ਆ, ਜਿਹੜਾ ਮਨੁੱਖਾ ਸਰੀਰ ਆ, ਇਹ ਵਿਅਰਥ ਹੈ। ਇਹ ਜੀਵਨ ਵਿਅਰਥ ਚਲਾ ਜਾ ਰਿਹਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਖ ਲਿਹੋ ਹਮ ਤੇ ਬਿਗਰੀ। ਬਿਗਰੀ ਦਾ ਅਰਥ ਹੁੰਦਾ ਜੀ ਵਿਗੜ ਗਈ, ਟੁੱਟ ਗਈ। ਦੇਖੋ ਆਪਾਂ ਸਾਰੇ ਪਰਿਵਾਰਾਂ ਵਾਲੇ ਬੈਠੇ ਆ, ਵਿਗੜਦੀ ਪਤਾ ਕਿੱਥੇ ਆ? ਵਿਗੜਦੀ ਉੱਥੇ ਆ ਜਿੱਥੇ ਪਰਿਵਾਰਾਂ ਵਿੱਚ ਕੋਈ ਤਰੇੜ ਆ ਜਾਂਦੀ ਹੈ, ਕੋਈ ਫਰਕ ਆ ਜਾਂਦਾ ਹੈ। ਸ਼ਬਦ ਨੂੰ ਧਿਆਨ ਨਾਲ ਸਮਝੀਏ। ਆਪਾਂ ਸਮਾਜਿਕ ਰਿਸ਼ਤੇ ਨਾਤਿਆਂ ਨੂੰ ਨਿਭਾਉਂਦੇ ਆ। ਵਿਗੜਦੀ ਉੱਥੇ ਆ ਜਿੱਥੇ ਤੁਹਾਡੇ ਵਿਚਾਰ ਨਹੀਂ ਮਿਲਦੇ। ਜਦੋਂ ਅਸੀਂ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਬਚਨਾਂ ਨੂੰ ਪੜਾਂਗੇ, ਵਿਚਾਰਾਂਗੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਭਾਈ ਮਨੁੱਖ ਇਹ ਪ੍ਰਾਣੀ ਤੇਰਾ ਟੁੱਟਣ ਦਾ ਕਾਰਨ ਪਤਾ ਕੀ ਹੈ? ਅਕਾਲ ਪੁਰਖ ਵਾਹਿਗੁਰੂ ਨਾਲੋਂ, ਪਰਮਾਤਮਾ ਨਾਲੋਂ, ਰੱਬ ਜੀ ਨਾਲੋਂ, ਗੁਰੂ ਨਾਲੋਂ ਤੇਰੀ ਪ੍ਰੀਤ ਟੁੱਟੀ ਪਤਾ ਕਿਉਂ ਹੈ? ਰਾਖ ਲਿਹੋ ਹਮ ਤੇ ਵਿਗਰੀ। ਅਸੀਂ ਵਿਗਾੜਨ ਵਾਲੇ ਹਾਂ ਜੀ, ਗੁਰੂ ਨਹੀਂ ਕਦੇ ਵਿਗਾੜਦਾ। ਗੁਰੂ ਨਹੀਂ ਕਦੇ ਵਿਗਾੜਦਾ, ਵਿਗਾੜਨ ਵਾਲਾ ਮੈਂ ਆ। ਜਦੋਂ ਬਾਣੀ ਨੂੰ ਸਮਝਾਂਗੇ ਨਾ, ਵਿਗਾੜਨ ਵਾਲਾ, ਵਿੱਥ ਪਾਉਣ ਵਾਲਾ ਮੈਂ ਆ, ਕਿਉਂਕਿ ਮੈਂ ਆਪਣੇ ਮਨ ਨੂੰ ਸਵਾਰਿਆ ਨਹੀਂ ਹੈ। ਨਿਤਾ ਪ੍ਰਤੀ ਗੁਰੂ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਆ, ਗੁਰੂ ਕੇ ਸਨਮੁਖ ਬਹਿ ਕੇ ਕੀਰਤਨ ਸੁਣਦੇ ਆ, ਗੁਰਬਾਣੀ ਦੀ ਕਥਾ ਵਿਚਾਰ ਸੁਣਦੇ ਆ। ਇਹ ਕਾਹਦੀ ਖੁਰਾਕ ਹੈ ਜੀ? ਇਹ ਮਨ ਦੀ ਖੁਰਾਕ ਹੈ। ਇੱਥੇ ਗੁਰੂ ਕੇ ਦਰਬਾਰ ਵਿੱਚ ਸਾਨੂੰ ਖੁਰਾਕ ਮਿਲਦੀ ਹੈ, ਉਹ ਆ ਮਨ ਦੀ ਖੁਰਾਕ। ਮਨ ਨੂੰ ਮਜ਼ਬੂਤ ਕਰਨ ਵਾਸਤੇ, ਮਨ ਨੂੰ ਪੱਕਾ ਕਰਨ ਵਾਸਤੇ ਸਾਡੇ ਕੋਲ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਬੰਦਾ ਡਿੱਗ ਜਾਂਦਾ ਜੀ, ਬੰਦਾ ਡੋਲ ਜਾਂਦਾ ਜੀ। ਰਾਖ ਲਿਹੋ ਹਮ ਤੇ ਬਿਗਰੀ, ਸ਼ੀਲ ਧਰਮ ਜਪ ਭਗਤ ਨਾ ਕੀਨੀ। ਜਿਹੜਾ ਮਨੁੱਖ ਨੇ ਜੀਵਨ ਵਿੱਚ ਕੁਝ ਕਰਨਾ ਸੀ, ਬੰਦਾ ਕੁਝ ਕਰਨ ਵਾਸਤੇ ਆਇਆ ਜੀ। ਆਪਾਂ ਸਾਰੇ ਆਪਣੇ ਜੀਵਨ ਵਿੱਚ, ਆਪਣੇ ਪਾਤਸ਼ਾਹ ਜੀ ਕਹਿੰਦੇ ਇਸ ਮਨੁੱਖਾ ਦੇਹ ਨਾਲ, ਸਰੀਰ ਨਾਲ ਕਰਨਾ ਕੀ ਹੈ? ਪਰ ਇਹਨੇ ਕਰਿਆ ਨਹੀਂ ਹੈ। ਸ਼ੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ।
ਹਉਂ ਦਾ ਅਰਥ ਹੁੰਦਾ ਜੀ ਮੈਂ, ਅਭਿਮਾਨੀ, ਹੰਕਾਰੀ। ਟੇਢ ਦਾ ਅਰਥ ਹੁੰਦਾ ਟੇਢਾ ਰਾਹ। ਇੱਕ ਰਾਹ ਗੁਰੂ ਵਾਲਾ, ਇੱਕ ਰਾਹ ਗੁਰੂ ਤੋਂ ਪਰੇ ਵਾਲਾ ਰਾਹ ਹੈ। ਜੇ ਕੋਈ ਪ੍ਰਾਣੀ ਗੁਰੂ ਦੇ ਰਾਹ ਤੇ ਚੱਲੇਗਾ, ਗੁਰੂ ਵਾਲੇ ਮਾਰਗ ਤੇ ਚੱਲੇਗਾ, ਉਹ ਗੁਰੂ ਦੀ ਨਿਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ। ਗੁਰੂ ਵਾਲਾ ਰਾਹ ਕਿਹੜਾ ਜੀ? ਗੁਰੂ ਤੋਂ ਪੁੱਛਣਾ ਕਰੀਏ। ਮਹਾਰਾਜ ਪਾਵਨ ਪਵਿੱਤਰ ਬਾਣੀ ਵਿੱਚ ਦੱਸਦੇ ਨੇ, ਸਮਝਾਉਂਦੇ ਨੇ। ਪਾਤਸ਼ਾਹ ਜੀ ਕਹਿੰਦੇ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਹੈ ਜੀ ਗੁਰੂ ਵਾਲਾ ਮਾਰਗ, ਗੁਰੂ ਵਾਲਾ ਰਾਹ। ਪਾਤਸ਼ਾਹ ਜੀ ਫਰਮਾਉਂਦੇ ਨੇ, ਦੱਸਦੇ ਨੇ, ਗੁਰੂ ਦੇ ਮਿੱਤਰਾ, ਗੁਰੂ ਦੇ ਸਿੱਖਾ, ਤੇ ਹੋਰ ਕੋਈ ਚਾਲ ਤੇ ਨਹੀਂ ਚੱਲਣਾ। ਦੁਨੀਆ ਦੀਆਂ ਵੱਡੀਆਂ ਚਾਲਾਂ ਨੇ, ਦੁਨੀਆ ਦੇ ਵੱਡੇ ਰਾਹ ਨੇ, ਪਰ ਜੇ ਮੁਕਾਮ ਤੇ ਪਹੁੰਚਣਾ ਚਾਹੁੰਦਾ ਹੈ, ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ, ਤਾਂ ਇੱਕੋ ਰਸਤਾ ਚੁਣ ਲੈ। ਕਿਉਂਕਿ ਜੇ ਵਾਰ-ਵਾਰ ਬੰਦਾ ਭਟਕ ਜਾਂਦਾ ਜੀ, ਜੇ ਆਪਾਂ ਕਿਤੇ ਇੱਧਰਲੇ ਰਾਹ ਤੇ ਬਹਿ ਗਏ, ਕਿਤੇ ਇੱਧਰਲੇ ਰਾਹ ਤੇ ਬਹਿ ਗਏ। ਅਸੀਂ ਰਾਹ ਕਿਹੜੇ ਤੇ ਪੈਣਾ? ਗੁਰੂ ਵਾਲੇ ਮਾਰਗ ਤੇ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਗੁਰੂ ਕੀ ਕਹਿੰਦਾ ਹੈ? ਜਿਹੜੀ ਵਿਚਾਰ ਤੁਹਾਨੂੰ ਗੁਰੂ ਦੇ ਦਰਬਾਰ ਵਿੱਚੋਂ ਮਿਲਦੀ ਹੈ, ਸਤਿਗੁਰ ਮਹਾਰਾਜ ਫਰਮਾਉਂਦੇ ਨੇ, ਉਸ ਵਿਚਾਰ ਨੂੰ ਭਲਾ ਕਰਕੇ ਆਪਣੇ ਜੀਵਨ ਦਾ ਆਧਾਰ ਬਣਾ। ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਹੈ ਜੀ ਗੁਰੂ ਵਾਲਾ ਮਾਰਗ। ਪਰ ਮਹਾਰਾਜ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਸ ਪ੍ਰਾਣੀ ਨੇ ਭੁੱਲੇ ਭਟਕੇ ਨੇ ਗੁਰੂ ਵਾਲਾ ਮਾਰਗ ਤਾਂ ਅਪਣਾਇਆ ਹੀ ਨਹੀਂ ਹੈ, ਗੁਰੂ ਵਾਲਾ ਮਾਰਗ ਤਾਂ ਧਾਰਨ ਨਹੀਂ ਕੀਤਾ। ਸ਼ੀਲ ਧਰਮ ਜਪ ਭਗਤ ਨਾ ਕੀਨੀ। ਸ਼ੀਲ ਦਾ ਅਰਥ ਕੀ ਹੁੰਦਾ ਜੀ? ਸਹਿਣਸ਼ੀਲਤਾ। ਜੀਵਨ ਵਿੱਚ ਸਹਿਣਸ਼ੀਲਤਾ ਹੋਣੀ ਬਹੁਤ ਜ਼ਰੂਰੀ ਹੈ। ਬਾਣੀ ਕਹਿੰਦੀ ਹੈ, ਸਤਿਗੁਰੂ ਜੀ ਕਹਿੰਦੇ ਨੇ, ਜੇ ਤੁਹਾਡੇ ਕੋਲ ਸਹਿਣਸ਼ੀਲਤਾ ਨਹੀਂ ਹੈ, ਠੰਡਾ ਸੁਭਾਅ ਨਹੀਂ ਹੈ, ਤੁਸੀਂ ਜ਼ਿੰਦਗੀ ਵਿੱਚ ਮਾਰ ਖਾਵੋਗੇ। ਤੁਸੀਂ ਵੇਖੋ ਜੀ, ਦੁਨਿਆਵੀ ਤੌਰ ਤੇ ਵੱਡੇ ਰਿਸ਼ਤੇ ਨਾਤੇ ਬੜਾ ਕੁਝ ਟੁੱਟਦਾ ਹੈ। ਕਿਉਂ ਟੁੱਟਦਾ ਹੈ? ਕਿਉਂਕਿ ਸਾਡੇ ਕੋਲ ਸਹਿਣ ਦੀ ਸ਼ਕਤੀ ਨਹੀਂ ਹੈ। ਮਾਫ ਕਰਨਾ, ਅਸੀਂ ਨਿਤ ਬਾਣੀ ਵੀ ਪੜ੍ਹਦੇ ਹਾਂ, ਗੁਰੂ ਕੇ ਦਰਬਾਰ ਵਿੱਚ ਆਉਂਦੇ ਹਾਂ, ਬਾਣੀ ਨੂੰ ਸੁਣਦੇ ਹਾਂ, ਸ਼ਰਵਣ ਕਰਦੇ ਹਾਂ, ਪਰ ਜੀਵਨ ਵਿੱਚ ਸਹਿਣਸ਼ੀਲਤਾ ਨਹੀਂ ਆਈ, ਜੀਵਨ ਵਿੱਚ ਟਿਕਾ ਨਹੀਂ ਆਇਆ। ਗੁਰਬਾਣੀ ਤੁਹਾਡੇ ਜੀਵਨ ਵਿੱਚ ਟਿਕਾ ਭਰਦੀ ਹੈ, ਗੁਰਬਾਣੀ ਤੁਹਾਡੇ ਜੀਵਨ ਵਿੱਚ ਸਹਿਣਸ਼ੀਲਤਾ ਪੈਦਾ ਕਰਦੀ ਹੈ। ਜੇ ਗੁਰਬਾਣੀ ਸੁਣ ਕੇ, ਗੁਰਬਾਣੀ ਪੜ੍ਹ ਕੇ ਸਾਡਾ ਸੁਭਾਅ ਚੇਂਜ ਨਹੀਂ ਹੋਇਆ, ਸਾਡੇ ਜੀਵਨ ਅੰਦਰ ਠੰਡਾ ਸੁਭਾਅ ਨਹੀਂ ਆਇਆ। ਕਿਉਂਕਿ ਠੰਡਾ ਸੁਭਾਅ ਕਿਵੇਂ ਬਣੂਗਾ ਜੀ? ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ, ਠੰਡਾ ਸੁਭਾਅ, ਸਹਿਣਸ਼ੀਲਤਾ ਗੁਰਬਾਣੀ ਤੁਹਾਨੂੰ ਦਿੰਦੀ ਹੈ। ਚੰਦਨ ਚੰਦਨ ਸਰਦ ਰੁਤ ਮੂਲਾ ਮਿੱਟੀ ਘਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਅੰਦਰ ਠੰਡ ਪਤਾ ਕਿਵੇਂ ਪਊਗੀ? ਜਦੋਂ ਇਸ ਜੀਵਨ ਵਿੱਚ ਪ੍ਰਮਾਤਮਾ ਦਾ ਨਾਮ ਆ ਕੇ ਵਸ ਗਿਆ। ਮੈਂ ਅਰਜ਼ ਕਰ ਰਿਹਾ ਸੀ ਤੁਹਾਡੇ ਸਨਮੁਖ, ਬਹੁਤੇ ਰਿਸ਼ਤੇ ਨਾਤੇ ਟੁੱਟਦੇ ਨੇ। ਕਿਉਂ ਟੁੱਟ ਰਹੇ ਨੇ? ਕਿਉਂਕਿ ਜੀਵਨ ਵਿੱਚ ਸਹਿਣਸ਼ੀਲਤਾ ਨਹੀਂ ਹੈ ਕੋਈ। ਬੰਦੇ ਕੋਲ ਸਹਿਣ ਦੀ ਸ਼ਕਤੀ ਵੀ ਹੋਣੀ ਚਾਹੀਦੀ ਹੈ ਨਾ। ਸਹਿਣ ਤਾਂ ਕਰ ਥੋੜਾ ਬਹੁਤਾ। ਤੁਸੀਂ ਪਾਵਨ ਪਵਿੱਤਰ ਇਤਿਹਾਸ ਨੂੰ ਜਦੋਂ ਪੜ੍ਹੋਗੇ, ਵਿਚਾਰੋਗੇ ਜੀ, ਉਹਨਾਂ ਗੁਰੂ ਕੇ ਸਿੱਖਾਂ ਅੰਦਰ ਕਿੰਨੀ ਸਹਿਣਸ਼ੀਲਤਾ ਹੈ, ਕਿੰਨੀ ਸਹਿਣਸ਼ੀਲਤਾ ਹੈ। ਦਸ਼ਮੇਸ਼ ਪਿਤਾ ਦੇ ਜੀਵਨ ਅੰਦਰ ਝਾਤ ਮਾਰ ਕੇ ਵੇਖੋ। ਕਲਗੀਆਂ ਵਾਲੇ ਪਾਤਸ਼ਾਹ, ਉਹਨਾਂ ਦੇ ਜੀਵਨ ਅੰਦਰ ਕਿੱਡੀ ਵੱਡੀ ਸਹਿਣਸ਼ੀਲਤਾ ਹੈ। ਆਪਾਂ ਇਤਿਹਾਸ ਨੂੰ ਸਾਰੇ ਜਾਣਦੇ ਹਾਂ, ਪੜ੍ਹਦੇ ਹਾਂ। ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਪਾਤਸ਼ਾਹ, ਜਿਨ੍ਹਾਂ ਦਾ ਹੱਸਦਾ ਵਸਦਾ ਪਰਿਵਾਰ ਆਨੰਦਪੁਰ ਦੀ ਪਾਵਨ ਪਵਿੱਤਰ ਧਰਤੀ, ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸਮੁੱਚਾ ਪਰਿਵਾਰ ਜੀ ਪਟਨੇ ਸਾਹਿਬ ਤੋਂ ਆ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਵਸਦਾ ਹੈ। ਵੇਖੋ, ਆਨੰਦਪੁਰ ਸਾਹਿਬ ਦਾ ਨਾਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਮਾਤਾ ਦੇ ਨਾਮ ਤੇ ਰੱਖਿਆ ਸੀ। ਪਹਿਲਾ ਨਾਮ ਸੀ ਚੱਕ ਨਾਨਕੀ। ਗੁਰੂ ਤੇਗ ਬਹਾਦਰ ਸਾਹਿਬ ਆਪਣੀ ਮਾਤਾ ਨੂੰ ਕਿੰਨਾ ਪਿਆਰ ਕਰਦੇ ਨੇ। ਆਪਾਂ ਗੱਲ ਕਰ ਰਹੇ ਸੀ ਸਹਿਣਸ਼ੀਲਤਾ ਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੁੱਚੇ ਪਰਿਵਾਰ ਨਾਲ ਕਿੰਨਾ ਕੁਝ ਵਾਪਰਦਾ ਹੈ। ਆਨੰਦਪੁਰ ਦਾ ਕਿਲੇ ਨੂੰ ਘੇਰਾ ਪੈਂਦਾ ਹੈ। ਆਨੰਦਪੁਰ ਦਾ ਕਿਲਾ ਘੇਰਿਆ ਗਿਆ।
ਉਹਨਾਂ ਪਹਾੜੀ ਰਾਜਿਆਂ ਨੇ ਝੂਠੀਆਂ ਕਸਮਾਂ ਵੀ ਖਾਧੀਆਂ, ਕਸਮਾਂ ਤੋੜ ਵੀ ਦਿੱਤੀਆਂ। ਕਿੰਨਾ ਕੁਝ ਵਾਪਰਦਾ ਹੈ। ਗੁਰੂ ਸਾਹਿਬ ਆਪਣੇ ਉਸ ਮੁਕਾਮ ਤੇ ਬਿਲਕੁਲ ਥਿਰ ਨੇ, ਖੜੇ ਨੇ, ਉਹ ਡੋਲੇ ਨਹੀਂ ਹੈ। ਕਿੰਨਾ ਕੁਝ ਵਾਪਰਦਾ। ਆਨੰਦਪੁਰ ਦੇ ਕਿਲੇ ਨੂੰ ਘੇਰਾ ਪੈਂਦਾ। ਸਤਿਗੁਰ ਮਹਾਰਾਜ ਆਨੰਦਪੁਰ ਦੇ ਕਿਲੇ ਨੂੰ ਛੱਡਦੇ ਵੀ ਨੇ। ਆਨੰਦਪੁਰ ਦਾ ਕਿਲਾ ਛੱਡ ਕੇ ਸਰਸਾ ਨੂੰ ਪਾਰ ਵੀ ਕੀਤਾ ਜਾਂਦਾ ਹੈ। ਚਮਕੌਰ ਦੀ ਜੰਗ ਹੁੰਦੀ ਹੈ ਜੀ, ਚਮਕੌਰ ਸਾਹਿਬ ਦੀ ਜੰਗ। ਸਤਿਗੁਰ ਮਹਾਰਾਜ ਦੇ ਲਖਤੇ ਜਿਗਰ, ਦੋ ਜਿਗਰ ਦੇ ਟੋਟੇ, ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਹੁੰਦੀ ਹੈ। ਸਤਿਗੁਰ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਹੁੰਦੀ ਹੈ। ਧੰਨ ਮਾਤਾ ਗੁਜਰ ਕੌਰ ਦੀ ਸ਼ਹਾਦਤ ਹੁੰਦੀ ਹੈ। ਪਰ ਕਿੰਨਾ ਕੁਝ ਮਹਾਰਾਜ ਨੇ ਸਹਿਣ ਕੀਤਾ, ਕਿੰਨਾ ਕੁਝ। ਦੁਨੀਆ ਅੰਦਰ, ਸੰਸਾਰ ਅੰਦਰ ਜੀ ਦਸ਼ਮੇਸ਼ ਪਿਤਾ ਵਰਗਾ ਤੁਹਾਨੂੰ ਕੋਈ ਨਹੀਂ ਮਿਲਣਾ। ਆਪਾਂ ਸਾਰੇ ਬੱਚਿਆਂ ਵਾਲੇ ਬੈਠੇ ਆ, ਪਰਿਵਾਰਾਂ ਵਾਲੇ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਜੀ, ਜਦੋਂ ਤੁਸੀਂ ਇਤਿਹਾਸ ਨੂੰ ਸੁਣਦੇ ਹੋ ਨਾ, ਜਦੋਂ ਇਤਿਹਾਸ ਨੂੰ ਪੜ੍ਹਦੇ ਹੋ, ਉਹਨੂੰ ਮਹਿਸੂਸ ਕਰਿਆ ਕਰੋ। ਮਹਿਸੂਸ ਕਰਨ ਦਾ ਅਰਥ ਪਤਾ ਕੀ ਹੁੰਦਾ? ਜਦੋਂ ਮਹਿਸੂਸ ਕਰਾਂਗੇ ਨਾ, ਉਦੋਂ ਉਹ ਗੱਲ ਧੁਰ ਤੱਕ ਜਾਵੇਗੀ। ਆਪਾਂ ਵੇਖਦੇ ਹਾਂ ਜੀ, ਸਾਡੇ ਵੀ ਪਰਿਵਾਰ ਨੇ, ਸਾਡੇ ਬੱਚੇ ਨੇ, ਸਾਡੇ ਬੱਚੇ ਤੇ ਸਾਡੇ ਪਰਿਵਾਰ ਤੇ ਥੋੜਾ ਜਿਹਾ ਦੁੱਖ ਆ ਜੇ, ਆਂਚ ਆ ਜੇ, ਅਸੀਂ ਕਿੰਨਾ ਬਿਲਕਦੇ ਹਾਂ, ਕਿੰਨਾ ਤੜਫ ਜਾਂਦੇ ਹਾਂ। ਦਸ਼ਮੇਸ਼ ਪਿਤਾ ਕਲੰਗੀਆਂ ਵਾਲਾ ਬਾਪੂ ਜਿਹਨੇ ਸਮੁੱਚਾ ਸਰਵੰਸੀ ਵਾਰ ਦਿੱਤਾ, ਸਮੁੱਚਾ ਸਰਬੰਸ ਕੌਮ ਦੇ ਲੇਖੇ ਲਾ ਦਿੱਤਾ। ਮਹਾਰਾਜ ਅੰਦਰ ਕਿੱਡੀ ਸਹਿਣਸ਼ੀਲਤਾ ਹੈ। ਸਤਿਗੁਰੂ ਜੀ ਆਨੰਦਪੁਰ ਦੀਆਂ ਮਖਮਲੀ ਸੇਜਾਂ ਨੂੰ ਛੱਡਦੇ ਨੇ। ਤੁਸੀਂ ਚੇਤੇ ਕਰਕੇ ਵੇਖੋ, ਬੰਦਾ ਥਿੜਕ ਜਾਂਦਾ ਜੀ। ਗੁਰੂ ਸਮਰੱਥ ਹੈ, ਗੁਰੂ ਪੂਰਾ ਹੈ। ਆਪਾਂ ਧਿਆਨ ਮਾਰ ਕੇ ਵੇਖੋ, ਬੰਦਾ ਥੋੜਾ ਕਿਸੇ ਅਹੁਦੇ ਤੇ ਪਹੁੰਚ ਗਿਆ, ਕੋਈ ਮੁਕਾਮ ਮਿਲ ਗਿਆ, ਬੰਦਾ ਸ਼ੁਕਰਾਨਾ ਭੁੱਲ ਜਾਂਦਾ ਹੈ, ਬੰਦਾ ਸਭ ਕੁਝ ਭੁਲਾ ਦਿੰਦਾ ਹੈ। ਦਸ਼ਮੇਸ਼ ਪਿਤਾ ਦੇ ਜੀਵਨ ਵਿੱਚੋਂ ਸਿੱਖਾਂਗੇ, ਉਮਰ ਭਾਵੇਂ ਬਹੁਤ ਥੋੜੀ ਹੰਢਾਈ ਆ। ਮਹਾਰਾਜ ਨੇ 42-43 ਸਾਲਾਂ ਦੀ ਉਮਰ ਕੋਈ ਬਹੁਤੀ ਨਹੀਂ ਹੁੰਦੀ, ਪਰ ਸਤਿਗੁਰ ਮਹਾਰਾਜ ਦੇ ਜੀਵਨ ਅੰਦਰ ਕਿੱਡਾ ਵੱਡਾ ਸਹਿਣ ਹੈ। ਆਨੰਦਪੁਰ ਸਾਹਿਬ ਦੀਆਂ ਉਹ ਮਖਮਲੀ ਸੇਜਾਂ, ਜਿੱਥੇ ਸਤਿਗੁਰ ਮਹਾਰਾਜ ਆਪਣੇ ਪਰਿਵਾਰ ਸਮੇਤ ਰਹਿੰਦੇ ਨੇ, ਆਪਣੇ ਬੱਚਿਆਂ ਸਮੇਤ ਰਹਿੰਦੇ ਨੇ, ਆਪਣੇ ਪਰਿਵਾਰ ਦੇ ਵਿੱਚ ਵਿਚਰਦੇ ਨੇ। ਇੱਕ ਦਿਨ ਸਮਾਂ ਐਸਾ ਬਣਿਆ, ਸਤਿਗੁਰ ਕਲੰਗੀਆਂ ਵਾਲੇ ਦਸ਼ਮੇਸ਼ ਪਿਤਾ ਆਨੰਦਪੁਰ ਦੀਆਂ ਮਖਮਲੀ ਸੇਜਾਂ ਨੂੰ ਛੱਡਦੇ ਨੇ। ਸਰਸਾ ਦੇ ਕੰਢੇ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ। ਉਹ ਤਾਜਾਂ ਵਾਲਾ, ਤਖਤਾਂ ਵਾਲਾ, ਬਾਜਾਂ ਵਾਲਾ ਦਸ਼ਮੇਸ਼ ਪਿਤਾ ਕਲੰਗੀਆਂ ਵਾਲਾ ਬਾਪੂ। ਸਮਾਂ ਐਸਾ ਬਣ ਗਿਆ ਜਦੋਂ ਕਲੰਗੀਆਂ ਵਾਲਾ ਬਾਪੂ ਮਾਛੀ ਬਾੜੇ ਦੇ ਜੰਗਲ ਵਿੱਚ ਸੁੱਤਾ ਪਿਆ ਹੈ। ਸਹਿਣਸ਼ੀਲਤਾ ਜੀ, ਇਹ ਵੀ ਟਿਕਾ ਨਾ। ਨਹੀਂ ਤਾਂ ਮਨ ਅੰਦਰ ਕਿੰਨੇ ਖਿਆਲ ਆਉਂਦੇ ਨੇ ਵੀ ਏਡੇ ਵੱਡੇ ਤਖਤਾਂ ਦਾ ਮਾਲਕ, ਤਾਜਾਂ ਦਾ ਮਾਲਕ, ਏਡਾ ਵੱਡਾ ਬਾਦਸ਼ਾਹ ਦਰਵੇਸ਼। ਅੱਜ ਉਹ ਕਲੰਗੀਆਂ ਵਾਲਾ ਬਾਪੂ ਸਮੁੱਚਾ ਪਰਿਵਾਰ ਕੌਮ ਤੋਂ ਨਿਸ਼ਾਵਰ ਕਰਕੇ, ਕੌਮ ਤੋਂ ਵਾਰ ਕੇ ਦਸ਼ਮੇਸ਼ ਪਿਤਾ ਮਾਛੀ ਬਾੜੇ ਦੇ ਜੰਗਲਾਂ ਵਿੱਚ ਸੁੱਤਾ ਪਿਆ ਹੈ, ਟਿੰਡ ਦਾ ਸਰਾਣਾ ਲਾ ਕੇ। ਫਿਰ ਵੀ ਅੰਦਰ ਕਿੱਡਾ ਟਿਕਾ ਹੈ। ਮਾਛੀ ਬਾੜੇ ਤੋਂ ਬਾਅਦ ਮਹਾਰਾਜ ਅੱਗੇ ਦਾ ਸਫ਼ਰ ਤੈਅ ਕਰਦੇ ਨੇ ਜੀ। ਅਸੀਂ ਜਦੋਂ ਲੜੀਵਾਰ ਇਤਿਹਾਸ ਨਾਲ ਜੁੜਾਂਗੇ, ਪੜਾਂਗੇ, ਵਿਚਾਰਾਂਗੇ। ਅੱਗੇ ਦਾ ਸਫ਼ਰ ਤੈਅ ਕੀਤਾ, ਸਤਿਗੁਰੂ ਮਹਾਰਾਜ ਇਸ ਪਾਵਨ ਪਵਿੱਤਰ ਧਰਤੀ ਤੇ ਪਹੁੰਚਦੇ ਨੇ। ਇੱਥੇ ਆ ਕੇ ਮਹਾਰਾਜ ਦਮ ਲੈਂਦੇ ਨੇ। ਇੱਥੇ ਆ ਕੇ ਮਹਾਰਾਜ ਇਸ ਇਲਾਕੇ ਵਿੱਚ, ਕਿਉਂਕਿ ਜਦੋਂ ਅਸੀਂ ਮਾਲਵਾ ਇਤਿਹਾਸ ਪੜਾਂਗੇ ਨਾ, ਮਾਲਵੇ ਦਾ, ਮਾਲਵੇ ਦੇ ਇਤਿਹਾਸ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਬੜਾ ਜ਼ਿਕਰ ਹੁੰਦਾ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜ਼ਿਕਰ ਹੁੰਦਾ ਹੈ। ਮਾਲਵੇ ਦੇ ਇਲਾਕੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਬੜੀ ਦੂਰ ਦੂਰ ਜਾ ਕੇ। ਕਿਉਂਕਿ ਅੰਦਰ ਜਦੋਂ ਆਪਾਂ ਗੱਲ ਕਰ ਰਹੇ ਸੀ ਬਾਣੀ ਦੀ ਇੱਕ ਲੜੀ ਦੇ ਵਿੱਚੋਂ, ਸਹਿਣਸ਼ੀਲਤਾ, ਟਿਕਾ, ਅੰਦਰ ਟਿਕਾ ਵਾਲੀ ਅਵਸਥਾ ਤਾਂ ਬਣੇਗੀ ਜੇ ਤੇਰੇ ਅੰਦਰ ਠੰਡਾ ਸੁਭਾਅ ਪੈਦਾ ਹੋਵੇਗਾ। ਇਤਿਹਾਸ ਵਿੱਚੋਂ ਆਪਾਂ ਸੰਖੇਪ ਗੱਲ ਸਾਂਝੀ ਕੀਤੀ ਹੈ। ਗੁਰੂ ਤਾਂ ਬਹੁਤ ਸਹਿਣਸ਼ੀਲਤਾ ਵਾਲਾ ਜੀ, ਗੁਰੂ ਤਾਂ ਕਿਰਪਾਲੂ ਦਿਆਲੂ ਹੈ, ਗੁਰੂ ਤਾਂ ਸਮਰੱਥ ਹੈ। ਅਸੀਂ ਗੁਰਬਾਣੀ ਪੜ੍ਹ ਕੇ, ਇਤਿਹਾਸ ਨੂੰ ਸੁਣ ਕੇ, ਸਮਝ ਕੇ ਆਪਣੇ ਜੀਵਨ ਵਿੱਚ ਕੁਝ ਲਾਗੂ ਕਰਨਾ ਹੈ। ਇਹ ਨਹੀਂ ਆ ਵੀ ਹਾਜ਼ਰੀ ਭਰੇ ਗਏ, ਹਾਜ਼ਰੀ ਭਰੀ ਚਲੇ ਗਏ, ਹਾਜ਼ਰੀ ਭਰੀ ਚਲੇ ਗਏ। ਵੇਖੋ, ਚੰਗੀ ਗੱਲ ਹੈ, ਅੰਮ੍ਰਿਤ ਵੇਲਾ ਸਾਂਭਦੇ ਆ, ਗੁਰੂ ਕੀ ਹਜ਼ੂਰੀ ਵਿੱਚ ਆਉਂਦੇ ਆ। ਅਗਲਾ ਪੱਖ ਇਹ ਹੈ ਕਿ ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨੋ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਸ਼ੀਲ ਧਰਮ, ਧਰਮ ਦਾ ਆਖਰੀ ਅਰਥ ਹੁੰਦਾ ਜੀ ਫਰਜ਼।
ਫਰਜ਼ਾਂ ਦੀ ਪਹਿਚਾਣ ਕਰਨੀ। ਸ਼ੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਭਗਰੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀਵਨ ਵਿੱਚ ਨਾ ਮੈਂ ਧਰਮੀ ਬਣਿਆ। ਧਰਮੀ ਬਣਨ ਦਾ ਅਰਥ ਕੀ ਹੁੰਦਾ ਜੀ? ਫਰਜ਼ਾਂ ਦੀ ਪਹਿਚਾਣ ਕਰਨੀ। ਧਰਮੀ ਬਣਨ ਦਾ ਅਰਥ ਇਹ ਹੁੰਦਾ ਆਪਣੇ ਆਪਣੇ ਫਰਜ਼ਾਂ ਨੂੰ ਸਮਝਣਾ। ਇੱਕ ਮਾਂ ਦਾ ਫਰਜ਼ ਕੀ ਹੈ, ਪਤੀ ਦਾ ਫਰਜ਼ ਕੀ ਹੈ, ਪਤਨੀ ਦਾ ਫਰਜ਼ ਕੀ ਹੈ, ਫਰਜ਼ਾਂ ਨੂੰ ਸਮਝਣਾ। ਸ਼ੀਲ ਧਰਮ ਜਾਂ ਭਗਤ ਨਾ ਕੀਨੀ, ਰੱਬ ਦੀ ਭਗਤੀ ਵੀ ਨਹੀਂ ਕੀਤੀ। ਹਉ ਅਭਿਮਾਨ ਟੇਢ ਪਗਰੀ, ਸੰਦਕ ਤੋਹਿ ਸਾਧ ਨਹੀਂ ਕਹੋ, ਸ਼ਰਨ ਪਰੇ ਤੁਮਰੀ ਪਗਰੀ। ਮੈਂ ਤੇਰੇ ਦਰ ਦਾ ਸਾਧ ਨਹੀਂ ਬਣਿਆ। ਸਾਧ ਕਿਹਨੂੰ ਕਿਹਾ ਜੀ ਬਾਣੀ ਵਿੱਚ? ਸਾਧ ਉਹਨੂੰ ਕਿਹਾ ਜੋ ਭਲਾ ਵਿਅਕਤੀ ਹੈ, ਭਲਾ ਮਨੁੱਖ, ਜਿਹਦੇ ਅੰਦਰ ਗੁਣ ਨੇ। ਮੈਂ ਤੇਰੇ ਦਰ ਦਾ ਚੋਰ ਬਣ ਕੇ ਰਹਿ ਗਿਆ। ਕਿਉਂਕਿ ਜਿਨ੍ਹਾਂ ਗੁਣਾਂ ਨੂੰ ਬਾਣੀ ਕਹਿੰਦੀ ਹੈ, ਭਗਤ ਕਬੀਰ ਸਾਹਿਬ ਦੀ ਆਪਾਂ ਪਾਵਨ ਪਵਿੱਤਰ ਲੜੀ ਦੇ ਵਿੱਚੋਂ ਬਾਣੀ ਵਿਚਾਰ ਰਹੇ ਸੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਵਾਹ ਵਾਹ ਵਾਹੀ ਜਾਨੀ ਹੈ, ਉਸ ਮਾਲਕ ਨੂੰ ਜਾਣੀਏ, ਉਸ ਮਾਲਕ ਨੂੰ ਸਮਝੀਏ, ਉਸ ਮਾਲਕ ਨੂੰ ਜਾਣ ਕੇ ਸਮਝ ਕੇ। ਵਾਹ ਵਾਹ ਇੱਥੇ ਸਤਿਗੁਰ ਮਹਾਰਾਜ ਦੇ ਪਾਵਨ ਪਵਿੱਤਰ ਬਚਨਾਂ ਦੀ ਆਪਾਂ ਵਿਚਾਰ ਕਰਦੇ ਹਾਂ ਜੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਨੂੰ ਜਾਣ ਕੇ, ਪਛਾਣ ਕੇ, ਸਮਝ ਕੇ। ਪਾਤਸ਼ਾਹ ਜੀ ਕਹਿੰਦੇ ਫਿਰ ਜੀਵਨ ਵਿੱਚ ਸਕੂਨ ਆਉਂਦਾ ਹੈ, ਜੀਵਨ ਵਿੱਚ ਆਨੰਦ ਆਉਂਦਾ ਹੈ, ਜੀਵਨ ਵਿੱਚ ਟਿਕਾ ਬਣਿਆ ਰਹਿੰਦਾ ਹੈ। ਵਾਹ ਵਾਹ ਵਾਹੀ ਜਾਨੀ ਹੈ, ਵਾਹ ਜਾਣੇ ਇਹ ਹੋਏ। ਜਦੋਂ ਇੱਕ ਮਿਕਤਾ ਬਣ ਗਈ, ਇਕਸਾਰਤਾ ਬਣ ਗਈ, ਹੁਣ ਸਵਾਲ ਇੱਥੇ ਪੈਦਾ ਹੁੰਦਾ ਵੀ ਜਾਣਿਆ ਕਿੱਥੋਂ ਜਾਵੇ, ਸਮਝਿਆ ਕਿੱਥੋਂ ਜਾਵੇ, ਲੱਭਿਆ ਕਿੱਥੋਂ ਜਾਵੇ। ਕੋਈ ਬੰਦਾ ਕਿਤੋਂ ਲੱਭਦਾ ਫਿਰਦਾ, ਕੋਈ ਬੰਦਾ ਕਿਤੋਂ ਲੱਭਦਾ ਫਿਰਦਾ। ਗੁਰੂ ਤੇਗ ਬਹਾਦਰ ਸਾਹਿਬ ਤੋਂ ਪੁੱਛੀਏ, ਮਹਾਰਾਜ ਅਸੀਂ ਰੱਬ ਨੂੰ ਕਿੱਥੋਂ ਲੱਭੀਏ, ਰੱਬ ਨੂੰ ਕਿੱਥੋਂ ਵੇਖੀਏ? ਗੁਰੂ ਤੇਗ ਬਹਾਦਰ ਸਾਹਿਬ ਦੱਸਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਸਮਝਾਉਂਦੇ ਨੇ। ਮਹਾਰਾਜ ਕਹਿੰਦੇ, ਕਾਹੇ ਰੇ ਬਨ ਕੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਪ ਮਦ ਜਿਉ ਬਾਸ ਬਸਤ ਹੈ, ਮੂਕਰ ਮਾਹੇ ਜਸਾਈ। ਤੈਸੇ ਹੀ ਅਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਇਹ ਹੈ ਜੀ ਲੱਭਣ ਦਾ ਤਰੀਕਾ, ਅੰਤਰ ਆਤਮੇ ਵੇਖਣ ਦਾ ਤਰੀਕਾ। ਗੁਰਬਾਣੀ ਤੋਂ ਪੁੱਛੀਏ, ਮਹਾਰਾਜ ਕਹਿੰਦੇ ਗੁਰਮੁਖਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ, ਨਾ ਪਰਿਵਾਰ ਛੱਡਣ ਦੀ ਲੋੜ, ਨਾ ਘਰ-ਬਾਰ ਛੱਡਣ ਦੀ ਲੋੜ, ਨਾ ਕਿਤੇ ਦੂਰ ਜਾਣ ਦੀ ਲੋੜ। ਕਿਉਂਕਿ ਜੰਗਲਾਂ ਵਿੱਚ ਜਾਣ ਦੀ ਲੋੜ ਥੋੜਾ ਸਾਨੂੰ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਪਰਮਾਤਮਾ ਨੂੰ, ਰੱਬ ਜੀ ਨੂੰ ਕਿੱਥੋਂ ਵੇਖਣਾ? ਆਪਣੇ ਅੰਦਰੋਂ। ਹੁਣ ਇੱਥੇ ਇੱਕ ਸਵਾਲ ਹੋਰ ਪੈਦਾ ਹੋ ਗਿਆ ਜੀ। ਸਤਿਗੁਰੂ ਮਹਾਰਾਜ ਨੂੰ ਪੁੱਛੀਏ, ਮਹਾਰਾਜ ਸਾਡੇ ਸਵਾਲ ਦਾ ਹੱਲ ਕਰੋ। ਮਹਾਰਾਜ ਕਰਦੇ ਨੇ। ਤੁਸੀਂ ਕਹਿੰਦੇ ਹੋ ਪਰਮਾਤਮਾ ਦਾ ਕੋਈ ਰੂਪ ਰੰਗ ਨਹੀਂ ਹੈ, ਕੋਈ ਦਾ ਚਿਹਰਾ ਮੋਹਰਾ ਨਹੀਂ ਹੈ, ਉਹ ਅਜੂਨੀ ਹੈ, ਉਹ ਕਿਸੇ ਜੂਨ ਵਿੱਚ ਨਹੀਂ ਹੁੰਦਾ, ਜੰਮਦਾ ਮਰਦਾ ਨਹੀਂ ਹੈ। ਸਤਿਗੁਰੂ ਜੀ ਰੱਬ ਨੂੰ ਵੇਖਣਾ ਕਿਹੜੀਆਂ ਅੱਖਾਂ ਨਾਲ ਹੈ? ਰੱਬ ਨੂੰ ਵੇਖਣਾ ਕਿਵੇਂ ਹੈ? ਰੱਬ ਨੂੰ ਸਮਝਣਾ ਕਿਵੇਂ ਹੈ? ਪਾਤਸ਼ਾਹ ਨੇ ਇੱਕ ਉਦਾਹਰਨ ਦਿੱਤੀ ਜੀ। ਸਤਿਗੁਰੂ ਜੀ ਕਹਿੰਦੇ ਜਿਵੇਂ ਫੁੱਲ ਹੈ, ਫੁੱਲ ਦੀ ਸੁਗੰਧੀ ਨੂੰ ਮਹਿਸੂਸ ਕਰਦੇ ਹਾਂ ਜੀ ਅਸੀਂ ਸਾਰੇ। ਫੁੱਲ ਦੀ ਸੁਗੰਧੀ ਨੂੰ ਆਪਾਂ ਸਾਰੇ ਹੀ ਮਹਿਸੂਸ ਕਰਦੇ ਹਾਂ, ਪਰ ਫੁੱਲ ਦੀ ਸੁਗੰਧੀ ਨੂੰ ਛੂਇਆ ਨਹੀਂ ਜਾ ਸਕਦਾ, ਫੜਿਆ ਨਹੀਂ ਜਾ ਸਕਦਾ। ਸਤਿਗੁਰ ਮਹਾਰਾਜ ਕਹਿੰਦੇ, ਤੈਸੇ ਹੀ ਅਰ ਬਸੈ ਨਿਰੰਤਰ, ਇੱਕ ਤਾਰ ਲਗਾਤਾਰ। ਘਟ ਹੀ ਖੋਜੋ ਭਾਈ। ਇਸੇ ਤਰ੍ਹਾਂ ਰੱਬ ਨੂੰ ਮਹਿਸੂਸ ਕਰਨਾ ਜ਼ਰੇ ਜ਼ਰੇ ਅੰਦਰੋਂ, ਕਣ ਕਣ ਅੰਦਰੋਂ। ਪਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਮਹਿਸੂਸ ਕਰੀਏ, ਰੱਬ ਨੂੰ ਮਹਿਸੂਸ ਕਰੀਏ, ਫਿਰ ਸਾਨੂੰ ਆਪਣੇ ਆਪੇ ਬਾਰੇ ਸਮਝ ਆ ਜਾਊਗੀ। ਆਪਣੇ ਨਿੱਜ ਘਰ ਜਿਹੜਾ ਇਹ ਮਹਿਲ ਹੈ, ਇਹ ਸਰੀਰ ਹੈ, ਇਹਦੇ ਬਾਰੇ ਸਮਝ ਆ ਜਾਊਗੀ। ਸਤਿਗੁਰੂ ਜੀ ਕਹਿੰਦੇ, ਜਿਹੜਾ ਜਾਣ ਲੈਂਦਾ, ਜਿਹੜਾ ਪਛਾਣ ਲੈਂਦਾ, ਇਹ ਅਰ ਉਹ ਜਬ ਮਿਲੈ। ਇਹ ਤੇ ਉਹ, ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਤੇ ਉਹ। ਹੁਣ ਇਹ ਕੌਣ ਹੈ? ਇਹਦਾ ਅਰਥ ਹੈ ਮੇਰੀ ਆਤਮਾ, ਉਹਦਾ ਅਰਥ ਹੈ ਉਹ ਅਕਾਲ ਪੁਰਖ ਵਾਹਿਗੁਰੂ। ਜਦੋਂ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋ ਗਿਆ, ਜਿਹਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ। ਗੱਲ ਚੱਲ ਰਹੀ ਸੀ ਜੀ, ਉਹ ਅੰਦਰ ਬਿੱਥ ਜਿਹੜੀ ਪਈ ਆ, ਅੰਦਰ ਜਿਹੜੀ ਤਰੇੜ ਪੈ ਗਈ, ਅੰਦਰ ਜਿਹੜੀ ਕੰਧ ਬਣ ਗਈ, ਉਹ ਕੰਧ ਨੂੰ ਖਤਮ ਕਰਨ ਦਾ ਤਰੀਕਾ ਦੱਸਦੇ ਨੇ ਸਤਿਗੁਰੂ ਜੀ, ਜਿਹਦੇ ਬਾਰੇ ਜਪਜੀ ਸਾਹਿਬ ਦੇ ਵਿੱਚ ਆਪਾਂ ਨਿਤ ਪੜ੍ਹਦੇ ਹਾਂ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ।
ਨਾਨਕ ਲਿਖਿਆ ਨਾਲ। ਗੱਲ ਤਾਂ ਇੱਥੇ ਸਚਿਆਰ ਬਣਨ ਦੀ ਹੈ, ਆਪਣੇ ਅੰਦਰ ਦੇ ਐਬਾਂ ਨੂੰ, ਆਪਣੇ ਅੰਦਰ ਦੇ ਔਗਣਾਂ ਨੂੰ ਕੱਢਣ ਦੀ ਹੈ। ਸਤਿਗੁਰੂ ਮਹਾਰਾਜ ਇੱਥੇ ਦੱਸਦੇ ਨੇ, ਸਮਝਾਉਂਦੇ ਨੇ, ਜਦੋਂ ਇਹ ਤੇ ਉਹਦਾ ਮਿਲਾਪ ਹੋ ਜਾਂਦਾ ਹੈ, ਜਦੋਂ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ, ਜਦੋਂ ਆਤਮਾ ਦਾ ਮਿਲਾਪ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਹੋ ਜਾਂਦਾ ਹੈ, ਪਾਤਸ਼ਾਹ ਜੀ ਫਰਮਾਉਂਦੇ ਨੇ, ਦੱਸਦੇ ਨੇ, ਜਦੋਂ ਮਿਲਾਪ ਹੋ ਜਾਂਦਾ, ਸਤਿਗੁਰੂ ਜੀ ਕਹਿੰਦੇ ਫਿਰ ਅੰਦਰ ਦੀ ਜਿਹੜੀ ਤਰੇੜ ਹੈ, ਅੰਦਰ ਦੀ ਜਿਹੜੀ ਵਿੱਥ ਹੈ, ਉਹ ਖਤਮ ਹੋ ਜਾਂਦੀ। ਇਹ ਔਰ ਉਹ ਜਬ ਮਿਲੇ ਤਬ, ਪਾਤਸ਼ਾਹ ਜੀ ਕਹਿ ਰਹੇ ਨੇ, ਮਿਲਤ ਨਾ ਜਾਣੇ ਕੋਈ, ਫਿਰ ਕੋਈ ਪਛਾਣ ਨਹੀਂ ਸਕਦਾ ਜੀ। ਫਿਰ ਬਾਣੀ ਕਹਿੰਦੀ ਹੈ, ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਫਿਰ ਪਛਾਣਿਆ ਨਹੀਂ ਜਾ ਸਕਦਾ। ਇੱਕ ਸਾਰਤਾ ਬਣ ਗਈ ਨਾ, ਮਿਟ ਗਿਆ ਭੇਦ ਸਭ। ਸਤਿਗੁਰੂ ਮਹਾਰਾਜ ਇਸ ਪਾਵਨ ਪਵਿੱਤਰ ਬਚਨ ਅੰਦਰ ਬੜਾ ਸੁੰਦਰ ਖਿਆਲ ਦੇ ਕੇ ਸਮਝਾਉਂਦੇ ਨੇ ਕਿ ਭਾਈ ਆਪਣੇ ਅੰਤਰ ਆਤਮੇ ਦੀ ਪਛਾਣ ਕਰ। ਅੱਗੇ ਮਹਾਰਾਜ ਕਹਿੰਦੇ, ਸੱਸਾ ਸੋ ਨੀਕਾ ਕਰ ਸੋਧੋ। ਪਰਮਾਤਮਾ ਬੜਾ ਸੋਹਣਾ ਜੀ, ਰੱਬ ਬੜਾ ਸੋਹਣਾ ਹੈ। ਰੱਬ ਦੇ ਬੋਲ ਵੀ ਬੜੇ ਮਿੱਠੇ ਨੇ, ਰੱਬ ਦੀ ਬੋਲੀ ਵੀ ਬੜੀ ਮਿੱਠੀ ਹੈ। ਉਹ ਤਾਂ ਸੋਹਣਾ ਹੈ ਜੀ, ਅਕਾਲ ਪੁਰਖ ਵਾਹਿਗੁਰੂ। ਹੁਣ ਸੋਹਣਾ ਰੱਬ, ਸੁੰਦਰ ਰੱਬ ਵਸਦਾ ਕਿੱਥੇ ਹੈ? ਗੁਰੂ ਦੀ ਬਾਣੀ ਕਹਿੰਦੀ, ਸਤਿਗੁਰੂ ਜੀ ਕਹਿੰਦੇ, ਉਹ ਸੋਹਣਾ ਰੱਬ ਅਕਾਲ ਪੁਰਖ ਵਾਹਿਗੁਰੂ ਕੁੱਲ ਖਲਕਤ ਅੰਦਰ ਰਮਿਆ ਹੋਇਆ ਹੈ, ਕੁੱਲ ਖਲਕਤ ਅੰਦਰ ਵਸਿਆ ਹੋਇਆ ਹੈ। ਪਾਤਸ਼ਾਹ ਜੀ ਕਹਿੰਦੇ, ਸੱਸਾ ਸੋ ਨੀਕਾ ਕਰ ਸੋਧੋ। ਉਹ ਅਕਾਲ ਪੁਰਖ ਵਾਹਿਗੁਰੂ ਬੜਾ ਸੁੰਦਰ ਹੈ। ਘਟ ਪਰਚਾ ਕੀ ਬਾਤ ਅਨੁਰੋਧੋ। ਘਟ ਦਾ ਅਰਥ ਹੁੰਦਾ ਜੀ ਹਿਰਦਾ। ਪਾਤਸ਼ਾਹ ਜੀ ਕਹਿੰਦੇ, ਆਪਣੇ ਹਿਰਦੇ ਵਿੱਚ ਉਹਨੂੰ ਪੱਕਾ ਕਰਕੇ ਰੱਖੀਏ। ਆਪਣੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਸਾਂਭ ਕੇ ਰੱਖੀਏ। ਘਟ ਪਰਚਾ ਕੀ ਬਾਤ ਅਨੁਰੋਧੋ। ਪਰਚਾ ਪੈ ਜਾਣਾ। ਹੁਣ ਇੱਥੇ ਇਹਦੇ ਅਰਥ ਮਿੱਤਰਤਾ ਵੀ ਕਰੇ ਨੇ ਜੀ। ਉਸ ਅਕਾਲ ਪੁਰਖ ਰੱਬ ਮਿੱਤਰ ਨੂੰ, ਕਿਉਂਕਿ ਦੁਨਿਆਵੀ ਰਿਸ਼ਤੇ ਨਾਤੇ ਬੜੇ ਥੋੜੇ ਟਾਈਮ ਲਈ ਹੁੰਦੇ ਨੇ ਜੀ। ਜਦੋਂ ਗੁਰਬਾਣੀ ਨੂੰ, ਸੁੰਦਰ ਬਾਣੀ ਨੂੰ ਪੜਾਂਗੇ, ਵਿਚਾਰਾਂਗੇ, ਸਤਿਗੁਰ ਪਾਵਨ ਪਵਿੱਤਰ ਬਾਣੀ ਵਿੱਚ ਕਹਿ ਰਹੇ ਨੇ, ਦੱਸਦੇ ਨੇ, ਦੁਨਿਆਵੀ ਤੌਰ ਤੇ ਅਸੀਂ ਬੜੇ ਦੋਸਤ ਬਣਾਉਂਦੇ ਆ, ਬੜੇ ਮਿੱਤਰ ਬਣਾਉਂਦੇ ਆ, ਅਸੀਂ ਬੜੇ ਫਕਰ ਨਾਲ ਕਹਿੰਦੇ ਆਹ ਮੇਰਾ ਦੋਸਤ, ਆਹ ਮੇਰਾ ਮਿੱਤਰ। ਪਰ ਮਹਾਰਾਜ ਨੂੰ ਪੁੱਛਣਾ ਕਰੀਏ, ਮਹਾਰਾਜ ਦੁਨਿਆਵੀ ਤੌਰ ਤੇ ਬਣਾਏ ਦੋਸਤ ਮਿੱਤਰ ਕਿੰਨਾ ਕੁ ਚਿਰ ਨਾਲ ਨਿਭਣਗੇ? ਕਿੰਨਾ ਕੁ ਚਿਰ ਦੇ ਨਾਲ ਖੜ ਸਕਦੇ ਨੇ? ਇਹ ਦੁਨੀਆ ਦਾ ਦਸਤੂਰ ਹੀ ਐਸਾ। ਆਪਾਂ ਸੰਸਾਰ ਅੰਦਰ ਵਹਿੰਦੇ ਆ ਜੀ, ਸੰਸਾਰ ਅੰਦਰ ਵਹਿੰਦੇ ਆ। ਜਦੋਂ ਤੁਹਾਡੇ ਕੋਲ ਚੰਗਾ ਪੈਸਾ ਹੈ, ਵੱਡੀ ਗੱਡੀ ਹੈ, ਵੱਡੀ ਕੋਠੀ ਹੈ, ਬਹੁਤ ਲੋਕ ਤੁਹਾਡੇ ਮਿੱਤਰ ਬਣ ਜਾਣਗੇ, ਬਹੁਤ ਲੋਕ ਤੁਹਾਡੇ ਦੋਸਤ ਬਣ ਜਾਣਗੇ। ਜਦੋਂ ਇਹਨਾਂ ਵਿੱਚੋਂ ਨਾ ਧਨ ਰਿਹਾ, ਨਾ ਇਹ ਦੌਲਤ ਸ਼ੌਹਰਤ, ਸਭ ਕੁਝ ਮੁੱਕ ਗਿਆ, ਫਿਰ ਇਹਨਾਂ ਵਿੱਚੋਂ ਕੋਈ ਨਾਲ ਨਹੀਂ ਖਲੋਂਦਾ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ। ਗੰਢ ਦਾ ਅਰਥ ਕੀ ਹੁੰਦਾ ਜੀ? ਪਿਆਰ। ਜਦੋਂ ਬੰਦੇ ਕੋਲ 4 ਪੈਸੇ ਹੋਣ, ਪਾਤਸ਼ਾਹ ਜੀ ਫਰਮਾਉਂਦੇ ਨੇ, ਉਦੋਂ ਇਹ ਸਾਰੇ ਤੇਰੇ ਨਾਲ ਪਿਆਰ ਪਾ ਕੇ ਰੱਖਣਗੇ, ਗੰਢ ਬਣਾ ਕੇ ਰੱਖਣਗੇ। ਪਾਤਸ਼ਾਹ ਜੀ ਕਹਿੰਦੇ, ਜਿੱਤ ਦਿਨ ਕਿਛੂ ਨਾ ਹੋਵਈ। ਜਦੋਂ ਜੀਵਨ ਦੇ ਵਿੱਚੋਂ, ਕਿਰਦਾਰ ਦੇ ਵਿੱਚੋਂ ਸਾਰਾ ਕੁਝ ਖਤਮ ਹੋ ਗਿਆ, ਜਿਤ ਦਿਨ ਕਿਛੂ ਨਾ ਹੋਵਈ, ਤਿਤ ਦਿਨ ਬੋਲਣ ਗੰਧ। ਜਿਨ੍ਹਾਂ ਨੂੰ ਮੇਰਾ ਕਹਿੰਦਾ ਸੀ ਨਾ, ਜਿਨ੍ਹਾਂ ਨੂੰ ਆਪਣਾ ਕਹਿੰਦਾ ਸੀ, ਆ ਵੀ ਮੇਰਾ, ਆ ਵੀ ਮੇਰਾ, ਜਦੋਂ ਸਭ ਕੁਝ ਖਤਮ ਹੋ ਗਿਆ, ਫਿਰ ਇਹਨਾਂ ਨੇ ਤੈਨੂੰ ਮਾੜਾ ਵੀ ਬੋਲਣਾ ਹੈ। ਮਹਾਰਾਜ ਕਹਿੰਦੇ, ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਮਨਮੁਖ ਬੰਦੇ ਦੀ ਦੋਸਤੀ ਜੀ ਮਾਇਆ ਨਾਲ ਪਿਆਰ ਹੈ। ਉਹ ਤੇਰੇ ਨਾਲ ਨਹੀਂ ਪਿਆਰ ਕਰਦਾ ਸੀ, ਪਰ ਗੁਰੂ ਆ ਨਾ ਜਿਹੜਾ, ਗੁਰੂ ਸਭ ਨਾਲ ਪਿਆਰ ਕਰਦਾ ਹੈ। ਗੁਰੂ ਤੁਹਾਡਾ ਪੈਸਾ ਨਹੀਂ ਵੇਖਦਾ, ਗੁਰੂ ਤੁਹਾਡੀ ਪ੍ਰਾਪਰਟੀ ਨਹੀਂ ਵੇਖਦਾ, ਗੁਰੂ ਤੁਹਾਡੇ ਅੰਤਰ ਆਤਮੇ ਦੀ ਪ੍ਰੀਤ ਵੇਖਦਾ ਹੈ। ਗੁਰੂ ਪਿਆਰ ਵੇਖਦਾ ਹੈ। ਜਿਹਨੇ ਪ੍ਰੇਮ ਕਰਿਆ, ਜਿਹਨੇ ਅੰਦਰ ਪਿਆਰ ਪੈਦਾ ਕਰ ਲਿਆ ਨਾ, ਪਿਆਰ ਕਰਨ ਵਾਲਾ ਬਹੁਤ ਕੁਝ ਪਾ ਲੈਂਦਾ ਹੈ ਜੀ। ਸਤਿਗੁਰੂ ਮਹਾਰਾਜ ਦੇ ਆਪਾਂ ਬਚਨ ਪੜ੍ਹ ਰਹੇ ਸੀ, ਵਿਚਾਰ ਰਹੇ ਸੀ, ਰੱਬ ਤਾਂ ਬੜਾ ਸੋਹਣਾ ਹੈ, ਬੜਾ ਸੁੰਦਰ ਹੈ। ਪਾਤਸ਼ਾਹ ਜੀ ਕਹਿੰਦੇ, ਘਟ ਪਰਚਾ ਕੀ ਬਾਤ ਅਨੁਰੋਧੋ। ਘਟ ਦਾ ਅਰਥ ਹੁੰਦਾ ਹਿਰਦਾ। ਪਾਤਸ਼ਾਹ ਜੀ ਕਹਿੰਦੇ, ਆਪਣੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੱਕਾ ਕਰਕੇ ਰੱਖ, ਕਿਉਂਕਿ ਦੁਨਿਆਵੀ ਮਿੱਤਰ ਬੜਾ ਥੋੜਾ ਚਿਰ ਨੇ,
ਮਾਂ ਪਿਓ ਭੈਣ ਭਰਾ ਸਭ ਰਿਸ਼ਤੇ ਨਾਤੇ ਛੁੱਟ ਜਾਂਦੇ ਨੇ, ਛੱਡ ਜਾਂਦੇ ਨੇ ਸਾਰੇ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਆਪਾਂ ਨੂੰ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਪਾਤਸ਼ਾਹ ਜੀ ਕਹਿੰਦੇ ਨੇ ਹਰ ਜਸ ਰੱਬ ਦੀ ਵਡਿਆਈ ਕਰਨੀ, ਰੱਬ ਦਾ ਜਸ ਕਰਨਾ। ਤੁਹਾਨੂੰ ਸਰੀਰ ਕਾਹਦੇ ਲਈ ਮਿਲਿਆ ਜੀ? ਇਹ ਦੇਹ ਮਨੁੱਖਾ ਦੇਹ ਕਾਹਦੇ ਲਈ ਮਿਲੀ ਹੈ? ਪਰਮਾਤਮਾ ਦੇ ਗੁਣ ਗਾਉਣ ਵਾਸਤੇ, ਰੱਬ ਦੇ ਗੁਣ ਗਾਉਣ ਵਾਸਤੇ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਪਾਤਸ਼ਾਹ ਜੀ ਫਰਮਾਉਂਦੇ ਨੇ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ। ਪਾਤਸ਼ਾਹ ਜੀ ਕਹਿੰਦੇ ਸਮਾਂ ਤਾਂ ਲੰਘਦਾ ਜਾ ਰਿਹਾ ਭਾਈ, ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ ਜੀ, ਸਮਾਂ ਆਪਣੀ ਰਫ਼ਤਾਰ ਚੱਲੀ ਜਾਂਦਾ ਹੈ। ਪਰ ਸਮੇਂ ਵਿੱਚ ਰਹਿ ਕੇ ਬੰਦੇ ਨੇ ਆਪਣੇ ਆਪ ਨੂੰ ਘੜਨਾ ਹੈ। ਗੁਰੂ ਦਰਬਾਰ ਵਿੱਚ ਆ ਕੇ, ਗੁਰਦੁਆਰੇ ਆ ਕੇ ਅਸੀਂ ਆਪਣੇ ਆਪ ਨੂੰ ਘੜਨਾ ਹੈ। ਕਿਉਂਕਿ ਸਤਿਗੁਰ ਮਹਾਰਾਜ ਜਪਜੀ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਨੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਇਹ ਜੀ ਗੁਰਦੁਆਰੇ ਵਿੱਚ ਆ ਕੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ, ਗੁਰੂ ਕੋਲ ਆ ਕੇ ਤੁਹਾਡੀ ਸੁਰਤੀ, ਤੁਹਾਡੀ ਬੁੱਧ ਘੜੀ ਜਾਂਦੀ ਹੈ। ਕਾਹਦੇ ਨਾਲ ਘੜੀ ਜਾਂਦੀ ਹੈ? ਗੁਰੂ ਨਾਮ ਦੇ ਕੇ, ਗੁਰੂ ਵਿਚਾਰ ਦੇ ਕੇ, ਗੁਰੂ ਸ਼ਬਦ ਦੇ ਕੇ ਤੁਹਾਡੀ ਸੁਰਤੀ ਨੂੰ ਉੱਚਾ ਕਰਦਾ ਹੈ। ਸਤਿਗੁਰ ਮਹਾਰਾਜ ਉੱਚਾ ਉਹਨੂੰ ਮੰਨਦੇ ਨੇ ਜਿਹਦੀ ਸੁਰਤ ਉੱਚੀ ਹੋ ਗਈ, ਜਿਹੜਾ ਸੁਰਤ ਕਰਕੇ ਵੱਡਾ ਹੋ ਗਿਆ, ਉੱਚਾ ਹੋ ਗਿਆ। ਆਪਾਂ ਇੱਥੇ ਪਾਤਸ਼ਾਹ ਦੇ ਮੁਬਾਰਕ ਭਗਤ ਕਬੀਰ ਸਾਹਿਬ ਦੀ ਲੜੀਵਾਰ ਬਾਣੀ ਵਿਚਾਰ ਰਹੇ ਸੀ ਜੀ। ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ ਨੇ ਕਿ ਭਾਈ ਆਪਣੇ ਹਿਰਦੇ ਅੰਦਰ, ਆਪਣੇ ਘਟ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੱਕਾ ਕਰ ਲੈ। ਜਦੋਂ ਉਹ ਰੱਬ ਅਕਾਲ ਪੁਰਖ ਵਾਹਿਗੁਰੂ ਤੇਰਾ ਮਿੱਤਰ ਬਣ ਗਿਆ, ਫਿਰ ਜ਼ਿੰਦਗੀ ਦਾ ਪੰਧ, ਜ਼ਿੰਦਗੀ ਦਾ ਪੈਂਡਾ ਸੁਖਾਲਾ ਹੋ ਜਾਵੇਗਾ। ਕਿਉਂਕਿ ਇਹ ਜੀਵਨ ਵਿੱਚ ਅਸੀਂ ਪੂੰਜੀ ਇਕੱਠੀ ਕਰਦੇ ਆ ਨਾ ਜੀ। ਧਿਆਨ ਕਰਿਓ, ਚੇਤੇ ਕਰਿਓ, ਬੰਦਾ ਦੁਨਿਆਵੀ ਤੌਰ ਤੇ ਪਤਾ ਨਹੀਂ ਕਿੰਨਾ ਕੁਝ ਕਮਾਉਂਦਾ ਹੈ। ਮੈਂ ਆ ਵੀ ਕਮਾ ਲਵਾਂ, ਮੈਂ ਆ ਵੀ ਜੋੜ ਲਵਾਂ, ਮੈਂ ਆ ਵੀ ਇਕੱਠਾ ਕਰ ਲਵਾਂ। ਦੁਨਿਆਵੀ ਤੌਰ ਤੇ ਜਿਵੇਂ ਅਸੀਂ ਪੂੰਜੀ ਇਕੱਠੀ ਕਰਦੇ ਆ, ਬੜਾ ਕੁਝ ਇਕੱਠਾ ਕਰਦੇ ਆ, ਪਰ ਸਤਿਗੁਰ ਮਹਾਰਾਜ ਦੀ ਬਾਣੀ ਕਹਿੰਦੀ ਆ ਭਲਿਆ ਬੰਦਿਆ, ਜ਼ਿੰਦਗੀ ਨੂੰ ਸਫਲਾ ਕਰਨ ਵਾਸਤੇ, ਜ਼ਿੰਦਗੀ ਨੂੰ ਚੰਗਾ ਬਣਾਉਣ ਵਾਸਤੇ ਇੱਕ ਪੂੰਜੀ ਇਕੱਠੀ ਕਰਨੀ, ਉਹ ਆ ਨਾਮ ਦੀ ਪੂੰਜੀ, ਜਿਹਦੇ ਬਾਰੇ ਬਾਬਾ ਰਵਿਦਾਸ ਜੀ ਕਹਿੰਦੇ ਨੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਮੈਂ ਰਾਮ ਨਾਮ ਧਨ ਲਾਧਿਆ ਬਿਖ ਲਾਧੀ ਸੰਸਾਰ। ਬਾਬਾ ਰਵਿਦਾਸ ਜੀ ਕਹਿੰਦੇ ਨੇ ਜੀ ਮੈਂ ਜ਼ਿੰਦਗੀ ਵਿੱਚ ਪਰਮਾਤਮਾ ਦੇ ਨਾਮ ਨੂੰ ਇਕੱਠਾ ਕੀਤਾ ਹੋਇਆ ਹੈ। ਦੁਨੀਆ ਦੇ ਲੋਕ ਜ਼ਹਿਰ ਇਕੱਠੀ ਕਰਦੇ ਨੇ, ਪਰ ਮੈਂ ਆਪਣੇ, ਤੁਸੀਂ ਇੱਥੇ ਬੈਠੇ ਹੋ ਜੀ ਗੁਰੂ ਕੇ ਦਰਬਾਰ ਵਿੱਚ, ਰੋਜ਼ਾਨਾ ਉਹਨੇ ਹਾਜ਼ਰੀ ਭਰਦੇ ਹੋ, ਇਹ ਤੁਹਾਡੇ ਜੀਵਨ ਦੀ ਪੂੰਜੀ ਹੈ, ਇਹ ਤੁਹਾਡੇ ਰਾਹ ਦਾ ਖਰਚਾ ਹੈ। ਧੰਨਤਾ ਦੇ ਪਾਤਰ ਹੋ ਤੁਸੀਂ, ਰੋਜ਼ਾਨਾ ਗੁਰੂ ਕੇ ਮੁਬਾਰਕ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ। ਇੱਥੇ ਬਹਿ ਕੇ ਤੁਸੀਂ ਅੰਮ੍ਰਿਤ ਵੇਲੇ ਜਾ ਕੇ ਗੁਰੂ ਕੀ ਬਾਣੀ ਪੜ੍ਹਦੇ ਵਿਚਾਰ, ਇਹ ਸਾਡੇ ਜੀਵਨ ਦੀ ਪੂੰਜੀ ਹੈ। ਮੈਂ ਅਕਸਰ ਇਹੋ ਬੇਨਤੀ ਕਰਦਾ ਹਾਂ ਵੀ ਖੁਰਾਕ ਦੀ ਲੋੜ ਹੁੰਦੀ ਹੈ ਜੀ। ਤੁਹਾਡਾ ਮਨ ਹੈ, ਵਿਚਾਰਾਂ ਦਾ ਸਮੂਹ ਹੈ, ਮਨ ਨੂੰ ਬੰਦਾ ਜਿੱਧਰ ਮਰਜ਼ੀ ਮੋੜ ਦੇਵੇ। ਇੱਥੇ ਮਨ ਨੂੰ ਇੱਕ ਪੂੰਜੀ ਦੇਣ ਵਾਸਤੇ ਲੈ ਕੇ ਆਉਂਦੇ ਹਨ, ਉਹ ਪੂੰਜੀ ਹੈ ਨਾਮ ਦੀ। ਆਪਣੇ ਘਟ ਵਿੱਚ, ਆਪਣੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਪੂੰਜੀ ਨੂੰ ਪੱਕਾ ਕੀਤਾ ਹੋਇਆ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਜੀਵਨ ਵਿੱਚ ਪੱਕਾ ਕਰ ਲਿਆ। ਘਟ ਪਰਚਾ ਕੀ ਬਾਤ ਅਨੁਰੋਧੋ, ਘਟ ਪਰਚਾ ਜੋ ਉਪਜੈ ਭਾਉ। ਪਾਤਸ਼ਾਹ ਕਬੀਰ ਜੀ ਕਹਿੰਦੇ ਜਦੋਂ ਘਟ ਦੇ ਵਿੱਚ, ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪੱਕਾ ਹੋ ਗਿਆ, ਦ੍ਰਿੜ ਹੋ ਗਿਆ, ਪਾਤਸ਼ਾਹ ਜੀ ਕਹਿੰਦੇ ਫਿਰ ਅੰਦਰ ਪ੍ਰੇਮ ਬਣੇਗਾ, ਅੰਦਰ ਪਿਆਰ ਬਣੂਗਾ, ਅੰਦਰ ਮੁਹੱਬਤ ਬਣੂਗੀ। ਸ਼ੇਖ ਫਰੀਦ ਜੀ ਕਹਿੰਦੇ ਨੇ ਜੀ, ਸ਼ੇਖ ਫਰੀਦ ਜੀ ਕਹਿੰਦੇ ਨੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਫਿਰ ਜਿਹੜੇ ਬੰਦੇ ਦਿਲ ਕਰਕੇ ਜੁੜਦੇ ਨੇ ਨਾ, ਮਨ ਕਰਕੇ ਜੁੜਦੇ ਨੇ, ਸ਼ੇਖ ਫਰੀਦ ਸਾਹਿਬ ਜੀ ਕਹਿੰਦੇ ਉਹ ਰੱਬ ਦੀ ਦਰਗਾਹ ਅੰਦਰ ਸੱਚੇ ਨੇ, ਉਹਨਾਂ ਨੂੰ ਝੂਠਾ ਨਹੀਂ ਕੋਈ ਕਹਿ ਸਕਦਾ। ਦੁਨੀਆ ਦੇ ਲੋਕ ਭਾਵੇਂ ਕੁਝ ਮਰਜ਼ੀ ਕਹੀ ਜਾਣ, ਆਖੀ ਜਾਣ, ਉਹ ਲੋਕ ਪਰਵਾਹ ਨਹੀਂ ਕਰਿਆ ਕਰਦੇ। ਗੁਰਮੁਖ ਜਨ, ਰੱਬ ਦੇ ਪਿਆਰੇ ਸੰਤ ਭਗਤੋ ਪਰਵਾਹ ਨਹੀਂ ਕਰਦੇ। ਕੌਣ? ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖੋਰ ਸੇ ਕਾਂਢੇ ਕੱਚਿਆ। ਇੱਕ ਉਹ ਲੋਕ ਨੇ, ਸ਼ੇਖ ਫਰੀਦ ਜੀ ਕਹਿੰਦੇ, ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ,
ਮੂੰਹ ਵਿੱਚ ਕੁਝ ਹੋਰ ਆ। ਇਹੋ ਜਿਹਾ ਨਹੀਂ ਬਣਨਾ ਜੀ ਅਸੀਂ ਨੇ ਕਿ ਮਨ ਵਿੱਚ ਕੁਝ ਹੋਰ ਚੱਲੀ ਜਾਂਦਾ, ਮੂੰਹ ਵਿੱਚ ਕੁਝ ਹੋਰ ਹੈ। ਕਿਉਂਕਿ ਗੁਰੂ ਨੂੰ ਐਸਾ ਬੰਦਾ ਪ੍ਰਵਾਨ ਨਹੀਂ ਹੁੰਦਾ ਜੀ। ਗੁਰੂ ਦੇ ਦਰ ਤੇ ਪ੍ਰਵਾਨ ਉਹ ਹੁੰਦਾ ਹੈ ਜਿਹੜਾ ਜੀਓ ਨਿਰਮਲ ਬਾਹਰੋਂ ਨਿਰਮਲ। ਇੱਥੇ ਪ੍ਰਵਾਨ ਨਿਪਰੇ ਉਹ ਚੜਦਾ ਹੈ ਜਿਹੜਾ ਜੀ ਕਰਕੇ ਨਿਰਮਲ ਹੋ ਜਾਂਦਾ ਹੈ, ਪਵਿੱਤਰ ਬਣ ਜਾਂਦਾ ਹੈ। ਆਪਾਂ ਪਾਤਸ਼ਾਹ ਦੇ ਮੁਬਾਰਕ ਵਚਨ ਪੜ੍ਹ ਰਹੇ ਹਾਂ ਜੀ। ਪਾਤਸ਼ਾਹ ਜੀ ਇੱਥੇ ਪਾਵਨ ਪਵਿੱਤਰ ਬਚਨਾਂ ਅੰਦਰ ਇਹੋ ਗੱਲ ਕਹਿ ਰਹੇ ਨੇ, ਆਪਣੇ ਘਟ ਵਿੱਚ, ਆਪਣੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਮਾਤਮਾ ਦੇ ਨਾਮ ਨੂੰ ਪੱਕਾ ਕਰਕੇ ਰੱਖ ਭਾਈ। ਘਟ ਪਰਚੈ ਜੋ ਉਪਜੈ ਭਾਉ, ਅੰਦਰ ਪ੍ਰੇਮ ਪੈਦਾ ਹੁੰਦਾ, ਪਿਆਰ ਪੈਦਾ ਹੁੰਦਾ, ਪੂਰ ਰਿਹਾ। ਪਾਤਸ਼ਾਹ ਜੀ ਕਹਿੰਦੇ ਜਦੋਂ ਪੂਰਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀਵਨ ਵਿੱਚ ਆ ਗਿਆ, ਪੂਰ ਰਿਹਾ। ਤਿਰਭਵਨ ਰਾਓ, ਤਿਰਭਵਨ ਤਿੰਨਾਂ ਭਵਨਾਂ ਦਾ ਮਾਲਕ ਉਹ ਰਾਓ ਅਕਾਲ ਪੁਰਖ ਵਾਹਿਗੁਰੂ, ਜਿਹੜਾ ਤਿੰਨਾਂ ਭਵਨਾਂ ਦਾ ਮਾਲਕ ਹੈ, ਉਹ ਹਰ ਥਾਂ ਤੇ ਪੂਰਾ ਜੀ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਤਾਂ ਪੂਰਾ ਹੀ ਹੈ। ਅਧੂਰਾ ਕੌਣ ਹੈ? ਅਧੂਰੇ ਤਾਂ ਅਸੀਂ ਆ ਜਿਨ੍ਹਾਂ ਨੇ ਗੁਰੂ ਦੀ ਮੱਤ ਨਹੀਂ ਧਾਰਨ ਕੀਤੀ। ਅਧੂਰੇ ਤਾਂ ਅਸੀਂ ਆ ਜਿਨ੍ਹਾਂ ਨੇ ਗੁਰੂ ਦਾ ਗਿਆਨ ਪ੍ਰਾਪਤ ਨਹੀਂ ਕੀਤਾ। ਮਹਾਰਾਜ ਅੱਗੇ ਦੱਸਦੇ ਨੇ, ਸਮਝਾਉਂਦੇ ਨੇ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਗੁਰਮੁਖੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜ਼ਿੰਦਗੀ ਦਾ ਆਧਾਰ ਬਣਾਈਏ। ਮਹਾਰਾਜ ਕਹਿੰਦੇ ਖੱਖਾ ਖੋਜ ਪਰੈ ਜੋ ਕੋਈ। ਇਹ ਹੈ ਜੀ ਸਭ ਤੋਂ ਵੱਡੀ ਗੱਲ। ਅਸੀਂ ਕਈ ਵਾਰ ਨਾ ਇੱਕ ਦੂਜੇ ਨੂੰ ਕਹਿੰਦੇ ਆ, ਬੜਾ ਕੁਝ ਕਹਿੰਦੇ ਆ, ਪਰ ਗੁਰਬਾਣੀ ਇੱਕੋ ਗੱਲ ਕਹਿੰਦੀ ਹੈ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ, ਉਹ ਐਂ ਕਰਦਾ ਜੀ, ਉਹ ਫਲਾਣਾ ਐਂ ਕਰਦਾ, ਨਹੀਂ। ਗੱਲ ਇੱਥੇ ਮੇਰੀ ਆਪਣੀ ਹੈ, ਮੇਰੀ ਹੈ, ਆਪਣੀ ਗੱਲ ਚੱਲਦੀ ਹੈ ਮੇਰੀ। ਸਤਿਗੁਰ ਮਹਾਰਾਜ ਜਦੋਂ ਖੋਜ ਦੀ ਗੱਲ ਕਰਦੇ ਨੇ, ਕੀ ਖੋਜੀਏ, ਕੀ ਲੱਭੀਏ, ਕੀ ਪਾਈਏ? ਖੋਜਣਾ ਕਿਹਨੂੰ ਹੈ ਜੀ? ਖੋਜਣਾ ਅਸੀਂ ਆਪਣੇ ਆਪ ਨੂੰ ਹੈ। ਪਾਵਨ ਬਾਣੀ ਕਹਿੰਦੀ ਹੈ ਆਪਣੇ ਆਪ ਨੂੰ ਖੋਜਣਾ, ਜਿਹਦੇ ਬਾਰੇ ਫਰੀਦ ਸਾਹਿਬ ਜੀ ਵੀ ਆਪਣੇ ਬਚਨਾਂ ਵਿੱਚ ਕਹਿੰਦੇ ਨੇ। ਫਰੀਦ ਸਾਹਿਬ ਜੀ ਕਹਿੰਦੇ, ਆਪ ਨੜੈ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ। ਖੋਜਣ ਦਾ ਅਰਥ ਇਹ ਹੁੰਦਾ ਜੀ, ਮੈਂ ਆਪਣੇ ਜੀਵਨ ਵਿੱਚੋਂ, ਆਪਣੇ ਕਿਰਦਾਰ ਵਿੱਚੋਂ ਔਗਣਾਂ ਨੂੰ ਬਾਹਰ ਕੱਢਾਂ, ਬੁਰਾਈਆਂ ਨੂੰ ਬਾਹਰ ਕੱਢਾਂ। ਗੁਰਬਾਣੀ ਪੜ੍ਹਨੀ, ਗੁਰਬਾਣੀ ਸੁਣਨੀ, ਗੁਰਬਾਣੀ ਨੂੰ ਗਾਉਣਾ, ਇਹਦਾ ਅਰਥ ਆਪਣੇ ਜੀਵਨ ਵਿੱਚੋਂ ਐਬਾਂ ਨੂੰ ਦੂਰ ਕਰਾਂ, ਔਗਣਾਂ ਨੂੰ ਦੂਰ ਕਰਾਂ। ਮਹਾਰਾਜ ਮੁਬਾਰਕ ਬਚਨਾਂ ਅੰਦਰ ਕਹਿੰਦੇ, ਖੱਖਾ ਖੋਜ ਪਰੈ ਜੋ ਕੋਈ। ਜਿਹੜਾ ਇਸ ਖੋਜ ਵਿੱਚ ਪੈ ਜਾਂਦਾ, ਜਿਹੜਾ ਆਪਣੇ ਆਪ ਦੀ ਖੋਜ ਕਰਨ ਵਿੱਚ ਲੱਗ ਜਾਂਦਾ, ਕਬੀਰ ਸਾਹਿਬ ਜੀ ਕਹਿੰਦੇ, ਜੋ ਖੋਜੈ ਸੋ ਬਹੁਰ ਨਾ ਹੋਈ, ਪਰ ਉਹਦਾ ਆਵਾਗਮਨ ਵਾਲਾ ਚੱਕਰ ਮੁੱਕ ਜਾਂਦਾ। ਗੁਰਮੁਖੋ, ਜਿਹੜਾ ਬੰਦਾ ਆਪਣੇ ਆਪ ਦੀ ਸਵੈ ਪੜਚੋਲ ਕਰ ਲੈਂਦਾ, ਆਪਣੇ ਆਪ ਦੀ ਖੋਜ ਕਰ ਲੈਂਦਾ, ਸਤਿਗੁਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਉਹਦਾ ਆਵਾਗਮਨ ਵਾਲਾ ਚੱਕਰ ਮੁੱਕ ਜਾਂਦਾ। ਆਵਾਗਮਨ ਵਾਲਾ ਚੱਕਰ ਕਿਹੜਾ ਹੁੰਦਾ ਜੀ? ਜੰਮਣ ਮਰਨ ਵਾਲਾ ਚੱਕਰ। ਕਿਉਂਕਿ ਬੰਦਾ ਮਾਨਸਿਕ ਤੌਰ ਤੇ, ਆਤਮਿਕ ਤਲ ਤੇ ਜੰਮਦਾ ਮਰਦਾ ਹੈ। ਕਿਵੇਂ ਮਰਦਾ? ਮਹਾਰਾਜ ਕਹਿੰਦੇ, ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨ ਟੁੱਟੈ। ਆਵਾਗਮਨ ਵਾਲਾ ਜਿਹੜਾ ਚੱਕਰ ਆ, ਕਦੇ ਮੁੱਕਿਆ ਜੀ? ਅੱਖ ਝਮਕਣ ਜਿੰਨਾ ਸਮਾਂ ਵੇਖੋ, ਮਹਾਰਾਜ ਕਹਿੰਦੇ ਅੱਖ ਝਮਕਣ ਜਿਹਨੇ ਸਮੇਂ ਵਿੱਚ ਬੰਦਾ ਪਤਾ ਨਹੀਂ ਕਿੰਨੀਆਂ ਜੂਨਾਂ ਭੋਗ ਲੈਂਦਾ ਹੈ। ਅੱਖ ਝਮਕਣ ਜਿੰਨਾ ਸਮਾਂ ਤਾਂ ਬੜਾ ਥੋੜਾ ਕਿਹਾ ਜੀ, ਪਤਾ ਨਹੀਂ ਕਿੰਨੀਆਂ ਜੂਨਾਂ ਭੋਗ ਲਈਆਂ। ਪਾਤਸ਼ਾਹ ਜੀ ਕਹਿੰਦੇ, ਜੋ ਖੋਜੈ ਸੋ ਬਹੁਰ ਨਾ ਹੋਈ। ਉਹਦਾ ਜੰਮਣ ਮਰਨਾ ਮਿਟ ਜਾਂਦਾ, ਘਟ ਜਾਂਦਾ, ਮੁੱਕ ਜਾਂਦਾ। ਜਿਹੜਾ ਬੰਦਾ ਆਪਣੇ ਆਪ ਦੀ ਸਵੈ ਪੜਚੋਲ ਕਰਦਾ, ਆਪਣੇ ਆਪ ਨੂੰ ਖੋਜ ਲੈਂਦਾ, ਪਾਤਸ਼ਾਹ ਜੀ ਫਰਮਾਉਂਦੇ ਨੇ, ਖੋਜ ਬੂਝ ਜੋ ਕਰੈ ਵਿਚਾਰਾ। ਵੇਖੋ ਕਿੱਡੇ ਕਮਾਲ ਦੇ ਵਚਨ ਨੇ ਜੀ। ਖੋਜ ਸ਼ਬਦ ਬੜਾ ਪਿਆਰਾ ਸ਼ਬਦ ਆ ਨਾ। ਖੋਜਣਾ ਕੀ ਹੈ? ਆਪਣੇ ਆਪ ਨੂੰ ਖੋਜਣਾ ਹੈ। ਪਾਤਸ਼ਾਹ ਜੀ ਕਹਿੰਦੇ, ਖੋਜ ਕੇ ਬੁੱਝਣਾ ਹੈ। ਕਈ ਵਾਰ ਹੁੰਦਾ ਜੀ, ਬੜੇ ਲੋਕ ਆਪਾਂ ਨੂੰ ਗਿਆਨੀ ਵਿਦਵਾਨ ਸੱਜਣ ਮਿਲ ਜਾਂਦੇ ਨੇ, ਜਿਨ੍ਹਾਂ ਕੋਲ ਗਿਆਨ ਦਾ ਘਾਟਾ ਨਹੀਂ ਹੁੰਦਾ, ਜਿਨ੍ਹਾਂ ਕੋਲ ਬਹੁਤ ਜਾਣਕਾਰੀ ਹੁੰਦੀ ਹੈ, ਜਿਨ੍ਹਾਂ ਕੋਲ ਬੜਾ ਕੁਝ ਹੁੰਦਾ ਹੈ। ਪਰ ਗੁਰਮੁਖੋ, ਪਾਤਸ਼ਾਹ ਜੀ ਕਹਿੰਦੇ ਨੇ, ਜੇ ਖੋਜਾਂਗੇ ਨਹੀਂ ਤਾਂ ਕੁਝ ਨਹੀਂ ਪ੍ਰਾਪਤ ਹੁੰਦਾ। ਖੋਜ ਬੂਝ, ਖੋਜ ਲਿਆ, ਖੋਜ ਕੇ ਮਹਾਰਾਜ ਕਹਿੰਦੇ ਇਹਨੂੰ ਬੁੱਝ ਲੈ। ਬੁੱਝਣ ਦਾ ਅਰਥ ਹੁੰਦਾ ਸਮਝ ਲੈਣਾ, ਆਪਣੇ ਆਪੇ ਨੂੰ ਸਮਝ ਲੈਣਾ, ਆਪਣੇ ਜੀਵਨ ਕਿਰਦਾਰ ਨੂੰ ਸਮਝ ਲੈਣਾ। ਖੋਜ ਬੂਝ
ਜੋ ਕਰੈ ਵਿਚਾਰਾ। ਖੋਜ ਕੇ ਬੁੱਝ ਕੇ ਜਿਹੜਾ ਬੰਦਾ ਵਿਚਾਰ ਕਰਦਾ ਹੈ, ਆਪਣੇ ਨਿੱਜੀ ਜੀਵਨ ਤੇ ਕਰਨੀ ਹੈ ਜੀ, ਕਿਸੇ ਤੇ ਕਿੰਤੂ ਨਹੀਂ ਹੈ, ਆਪਣੇ ਤੇ, ਆਪਣੇ ਜੀਵਨ ਤੇ। ਤਉ ਭਵਜਲ ਤਰਤ ਨ ਲਾਗੈ ਵਾਰਾ। ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਨੇ, ਦੱਸਦੇ ਨੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਂ ਉਸ ਬੰਦੇ ਨੂੰ, ਉਸ ਮਨੁੱਖ ਨੂੰ ਇਸ ਭਵਜਲ ਤੋਂ ਪਾਰ ਕਰਨ ਲੱਗਿਆਂ ਟਾਈਮ ਨਹੀਂ ਲੱਗਦਾ, ਕਿਉਂਕਿ ਇਹ ਸੰਸਾਰ ਸਮੁੰਦਰ ਬੜਾ ਡੂੰਘਾ ਜੀ। ਸੰਸਾਰ ਸਮੁੰਦਰ ਬਹੁਤ ਡੂੰਘਾ ਹੈ। ਸੰਸਾਰ ਸਮੁੰਦਰ ਵਿੱਚ ਉਲਝ ਕੇ ਬੰਦਾ ਸੱਚ ਤੋਂ ਕਈ ਵਾਰ ਥਿੜਕ ਜਾਂਦਾ ਹੈ। ਇੱਥੇ ਗੁਰੂ ਕੇ ਪਾਵਨ ਇਤਿਹਾਸ ਨੂੰ ਜਦੋਂ ਪੜ੍ਹੋਗੇ ਜੀ, ਸਮਾਂ ਆਪਣਾ ਸੀਮਿਤ ਹੈ, ਕਿੰਨਾ ਕੁਝ ਵਾਪਰਦਾ ਜੀ ਗੁਰੂ ਕੇ ਸਿੱਖਾਂ ਨਾਲ। ਉਹਨਾਂ ਗੁਰਮੁਖ, ਮੈਂ ਜਦੋਂ ਪਾਵਨ ਪਵਿੱਤਰ ਇਤਿਹਾਸ ਨੂੰ ਪੜ੍ਹ ਰਿਹਾ ਸੀ, ਪੜ੍ਹਦਾ ਸੀ, 17ਵੀਂ ਸਦੀ ਤੋਂ 18ਵੀਂ ਸਦੀ, ਕਿੰਨਾ ਕੁਝ ਵਾਪਰਦਾ ਜੀ। ਸਿੱਖ ਘਰ ਘਾਟ ਤਿਆਗ ਦਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਉਹਨਾਂ ਦਾ ਸਾਰਾ ਜੀਵਨ ਗੁਜ਼ਰਿਆ। ਕਿੰਨਾ ਕੁਝ ਵਾਪਰਦਾ। ਉਹਨਾਂ ਦੀ, ਸਿੱਖਾਂ ਦੀ ਅਰਦਾਸ ਉਦੋਂ ਵੀ ਇੱਕੋ ਸੀ ਕਿ ਸਾਨੂੰ ਆਪਣੇ ਗੁਰੂ ਧਾਮਾਂ ਤੋਂ ਵਿਛੋੜਿਆ ਨਾ ਜਾਵੇ। ਬੰਦ ਕੱਟਿਆ ਗਿਆ, ਖੋਪਰੀਆਂ ਲਾਈਆਂ ਗਈਆਂ, ਚਰਖੜੀਆਂ ਤੇ ਚਾੜਿਆ ਗਿਆ, ਬਹੁਤ ਅਨੇਕਾਂ ਤਸੀਹੇ ਨੇ ਜੀ। ਇਹ ਪਾਵਨ ਪਵਿੱਤਰ ਇਤਿਹਾਸ, ਤਵਾਰੀਖ ਸਾਡੀ ਕੁਰਬਾਨੀਆਂ ਨਾਲ ਭਰੀ ਪਈ ਹੈ। ਉਹ ਗੁਰਮੁਖ ਪਿਆਰੇ ਆਰੇ ਥੱਲੇ ਨਹੀਂ ਡੋਲੇ, ਉਹਨਾਂ ਨੂੰ ਕੋਈ ਡੁਲਾ, ਉਹਨਾਂ ਕੋਲ ਏਡੀ ਵੱਡੀ ਪਾਵਰ ਕਿੱਥੋਂ ਆਈ ਸੀ? ਉਹਨਾਂ ਕੋਲ ਸਹਿਣਸ਼ੀਲਤਾ ਕਿੱਥੋਂ ਆਈ ਸੀ? ਕਿਉਂਕਿ ਉਹਨਾਂ ਕੋਲ ਰੱਬੀ ਬਾਣੀ ਦਾ ਖਜ਼ਾਨਾ ਸੀ। ਭਾਵੇਂ ਉਹ ਜੰਗਲਾਂ ਵਿੱਚ ਨੇ, ਭਾਵੇਂ ਉਹ ਕਿਤੇ ਵੀ ਰਹਿੰਦੇ ਨੇ, ਪਰ ਉਹਨਾਂ ਗੁਰਮੁਖ ਪਿਆਰਿਆਂ ਨੇ, ਸਿੱਖਾਂ ਨੇ ਗੁਰਬਾਣੀ ਦਾ ਪੱਲਾ ਨਹੀਂ ਜੀ ਛੱਡਿਆ। ਉਹ ਗੁਰੂ ਨੂੰ ਅੰਗ ਸੰਗ ਸਮਝਦੇ ਹੋਏ ਆਪਣਾ ਜੀਵਨ ਬਸ਼ਰ ਕਰਦੇ ਨੇ, ਜਿਉਂਦੇ ਨੇ। ਜੀਵਨ ਵਿੱਚ ਬੜੀਆਂ ਰੁਕਾਵਟਾਂ ਹੁੰਦੀਆਂ ਨੇ, ਬੜਾ ਕੁਝ ਵਾਪਰ ਜਾਂਦਾ ਹੈ, ਪਰ ਉਹ ਗੁਰਮੁਖ ਜਨ, ਗੁਰਮੁਖ ਪਿਆਰੇ ਸੀਸ ਤਲੀ ਤੇ ਰੱਖ ਕੇ ਆਪਣਾ ਆਪਾ ਕੁਰਬਾਨ ਕਰ ਗਏ, ਸਭ ਕੁਝ ਵਾਰ ਗਏ। ਸਤਿਗੁਰ ਮਹਾਰਾਜ ਦੇ ਮੁਬਾਰਕ ਬਚਨਾਂ ਨੂੰ ਪੜ੍ਹ ਰਹੇ ਸੀ, ਵਿਚਾਰ ਰਹੇ ਸੀ ਜੀ ਬਾਬਾ ਕਬੀਰ ਸਾਹਿਬ ਜੀ ਦੇ ਬਚਨਾਂ ਨੂੰ। ਬਾਬਾ ਕਬੀਰ ਸਾਹਿਬ ਜੀ ਦੱਸਦੇ ਨੇ, ਸਮਝਾਉਂਦੇ ਨੇ, ਖੋਜ ਕੇ ਬੁੱਝ ਕੇ ਵਿਚਾਰ ਕਰੀਏ ਅਤੇ ਭਵਜਲ ਤੋਂ ਪਾਰ ਹੋਇਆ ਜਾ ਸਕਦਾ ਹੈ, ਸੰਸਾਰ ਤੋਂ ਤਰਿਆ ਜਾ ਸਕਦਾ ਹੈ। ਪਾਤਸ਼ਾਹ ਜੀ ਤਾਂ ਕਹਿੰਦੇ ਨੇ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤੈ ਡੂਬੀ ਅਲੇ। ਪੰਕਜ ਮੋਹ ਪਗ ਨਹੀਂ, ਪੈਰ ਨਹੀਂ ਚੱਲ ਰਿਹਾ, ਕਿਉਂਕਿ ਸੰਸਾਰ ਆ ਜੀ ਜਿਹੜਾ, ਸੰਸਾਰ ਮੋਹ ਦਾ ਚਿੱਕੜ ਹੈ। ਇਸ ਮੋਹ ਦੇ ਚਿੱਕੜ ਵਿੱਚ ਬੰਦਾ ਤਿਲਕ ਜਾਂਦਾ ਹੈ, ਬੰਦਾ ਡੋਲ ਜਾਂਦਾ, ਘਬਰਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ, ਇਸ ਮਨੁੱਖ ਦਾ, ਇਸ ਪ੍ਰਾਣੀ ਦਾ, ਇਸ ਸੰਸਾਰ ਅੰਦਰ ਮੋਹ ਦੇ ਚਿੱਕੜ ਵਿੱਚ, ਜਿਵੇਂ ਬੰਦਾ ਚਿੱਕੜ ਅੰਦਰ ਧਸ ਜਾਂਦਾ ਨਾ, ਨਿਕਲਣਾ ਔਖਾ ਹੋ ਜਾਂਦਾ। ਇੱਕ ਮੋਹ ਦਾ ਚਿੱਕੜ ਵੀ ਐਸਾ ਜੀ ਜਿਹੜਾ ਮਨ ਨੂੰ ਜਕੜ ਲੈਂਦਾ ਹੈ। ਮੋਹ ਦੇ ਚਿੱਕੜ ਵਿੱਚੋਂ ਮਨ ਨਿਕਲ ਨਹੀਂ ਰਿਹਾ, ਉੱਠ ਨਹੀਂ ਰਿਹਾ ਉੱਪਰ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤਹਿ ਡੂਬੀ ਅਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰ ਤੇਰੇ ਗੁਣ ਗਲਿਆ। ਇੱਕ ਨੂੰ ਚੇਤੇ ਨਹੀਂ ਕੀਤਾ, ਇਸ ਕਰਕੇ ਹਾਵੀ ਹੋ ਗਿਆ ਮੋਹ ਦਾ ਚਿੱਕੜ। ਮੋਹ ਨੇ ਆ ਕੇ ਇਹਨੂੰ ਦਬ ਲਿਆ। ਸਤਿਗੁਰ ਮਹਾਰਾਜ ਕਹਿੰਦੇ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਵਜਲ ਤੋਂ ਤਰ ਜਾਵੇਂਗਾ, ਸੰਸਾਰ ਸਮੁੰਦਰ ਤੋਂ ਤਰ ਜਾਵੇਂਗਾ, ਜੇ ਤੇਰੇ ਕੋਲ ਗੁਰੂ ਦਾ ਨਾਮ ਹੈ। ਇੱਕ ਗੁਰੂ ਦਾ ਨਾਮ, ਗੁਰੂ ਦੀ ਵਿਚਾਰ ਇਸ ਸੰਸਾਰ ਤੋਂ ਸਾਨੂੰ ਤਾਰ ਸਕਦੀ ਹੈ ਜੀ। ਆਪਾਂ ਰੋਜ਼ਾਨਾ ਦੀ ਤਰ੍ਹਾਂ ਜੋ ਲੜੀ ਦੇ ਵਿੱਚ ਰਹਿ ਕੇ ਵਿਚਾਰ ਕੀਤੀ ਹੈ, ਬਾਬਾ ਕਬੀਰ ਸਾਹਿਬ ਦੀ ਮੁਬਾਰਕ ਬਾਣੀ ਦੀ ਵਿਚਾਰ ਕੀਤੀ ਹੈ। ਇਸ ਮੁਬਾਰਕ ਬਾਣੀ ਨੂੰ, ਸੱਚੀ ਬਾਣੀ ਨੂੰ, ਧੁਰਕੀ ਬਾਣੀ ਨੂੰ ਜੀਵਨ ਦਾ ਆਧਾਰ ਬਣਾਈਏ ਜੀ। ਗੁਰੂ ਸਾਹਿਬ ਮਹਾਰਾਜ ਸਤਿਗੁਰੂ ਜੀ ਸਾਡੇ ਸਾਰਿਆਂ ਤੇ ਕਿਰਪਾ ਰਹਿਮਤ ਵਰਤਾਣ, ਕਿਰਪਾ ਕਰਨ, ਤਾਂ ਕਿ ਸਾਡਾ ਵੀ ਜੀਵਨ ਸਚਿਆਰ ਬਣ ਜਾਵੇ। ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਇੱਥੇ ਇੱਕ ਦਿਨ ਦੀ ਹਾਜ਼ਰੀ ਦਾ ਸਮਾਂ ਮਿਲਿਆ ਸੀ। ਗੁਰੂ ਸਾਹਿਬ ਜੀ ਬਖਸ਼ਣਹਾਰ ਨੇ, ਬੋਲਦਿਆਂ ਕੋਲੋਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਜੀ ਬਖਸ਼ਣਹਾਰ ਨੇ, ਸਮਤ ਬਖਸ਼ਿਸ਼ ਕਰਨ। ਇੰਨੀ ਬੇਨਤੀ ਪ੍ਰਵਾਨ ਕਰਿਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਇਕ ਓੰਕਾਰ ਸਤਿਨਾਮ